सत श्री अकाल दोस्तों, वेलकम इन आ यूट्यूब चैनल इन्वेस्ट इन नॉलेज। मैं हाँ गुरप्रीत सिंह मांगट, UGC नैट PTET CTET ਕੁਆਲੀਫਾਈਡ। जो भी असी इत्थे टॉपिक डिस्कस करते हैं ये UPSC PCS UGC नैट PTET CTET ਅਤੇ ਹੋਰ ਕਈ ਤਰੀਕੇ ਦੇ ਨੈਸ਼ਨਲ ਅਤੇ ਸਟੇਟ ਲੈਵਲ ਦੇ ਐਗਜ਼ਾਮਸ ਦੇ ਲਈ ਕਾਫੀ ਇੰਪੋਰਟੈਂਟ ਹੁੰਦੇ ਹਨ। ਅਤੇ ਸਪੈਸ਼ਲੀ ਜੋ ਸਟੂਡੈਂਟਸ ਇਸ ਸਮੇਂ ਮਾਸਟਰ ਕੇਡਰ ਪੰਜਾਬ ਦੇ ਲਈ ਤਿਆਰੀ ਕਰ ਰਹੇ ਹਨ SST ਕੰਬੀਨੇਸ਼ਨ ਦੇ ਵਿੱਚ, ਉਹਨਾਂ ਦੇ ਲਈ ਤਾਂ ਇਹ ਟੌਪਿਕ ਕਾਫੀ ਇੰਪੋਰਟੈਂਟ ਰਹਿਣ ਵਾਲੇ ਹਨ। ਅਤੇ ਜਿਵੇਂ ਕਿ ਅਸੀਂ ਕੁਛ ਕੁ ਦਿਨਾਂ ਤੋਂ ਇੱਕ ਟੌਪਿਕ ਸਟਾਰਟ ਕੀਤਾ ਹੋਇਆ ਵੈਦਿਕ ਪੀਰੀਅਡ। ਹੁਣ ਵੈਦਿਕ ਪੀਰੀਅਡ ਦੇ ਵਿੱਚ ਅਸੀਂ ਵੈਦਿਕ ਕਲਚਰ ਜੋ ਸੀਗਾ, ਵੈਦਿਕ ਲਾਈਫ ਸਟਾਈਲ ਸੀਗਾ ਜਾਂ ਵੈਦਿਕ ਲਿਟਰੇਚਰ ਸੀਗਾ ਜਾਂ ਆਰੀਅਨਸ ਕਿੱਥੋਂ ਆਏ, ਉਹ ਸਾਰੀਆਂ ਚੀਜ਼ਾਂ ਕਿ ਅਸੀਂ ਕਰ ਚੁੱਕੇ ਸੀਗੇ। ਹੁਣ ਫਿਲਹਾਲ ਜੋ ਅਸੀਂ ਚੀਜ਼ ਸਟਾਰਟ ਕਰਨੀ ਉਹ ਹੈਗਾ ਆ ਪੋਸਟ ਵੈਦਿਕ ਪੀਰੀਅਡ, ਮਤਲਬ ਵੈਦਿਕ ਪੀਰੀਅਡ ਦਾ ਇੱਕ ਪਾਰਟ ਆ, ਬਟ ਅਸੀਂ ਇਸ ਤੋਂ ਨੈਕਸਟ ਹੁਣ ਫਿਲਹਾਲ ਅਸੀਂ ਕੀਤਾ ਸੀਗਾ ਰਿਗਵੈਦਿਕ ਪੀਰੀਅਡ, ਜਿੱਥੇ ਪ੍ਰੋਬਲਮਸ ਘੱਟ ਸੀਗੀਆਂ ਅਤੇ ਸਾਰਾ ਕੁਛ ਸਹੀ ਚੱਲ ਰਿਹਾ ਸੀਗਾ। ਮਤਲਬ ਇਹ ਉਹ ਪੀਰੀਅਡ ਸੀ ਜਦੋਂ ਆਰੀਅਨਸ ਨੇ ਕੀ ਆ ਆਪਣੇ ਇੱਥੇ ਸਥਾਪਿਤ ਕਰ ਲਈ ਸੀ ਅਤੇ ਉਹ ਸਿਰਫ ਪੰਜਾਬ ਰੀਜਨ ਜਾਂ ਸਪਤ ਸਿੰਧੂ ਰੀਜਨ ਦੇ ਵਿੱਚ ਹੀ ਕੀ ਆ ਆਪਣੇ ਆਪ ਨੂੰ ਵਿਕਸਿਤ ਕੀਤਾ ਸੀਗਾ ਉਹਨਾਂ ਨੇ। ਹੁਣ ਉਹ ਕੀ ਆ ਜਦੋਂ ਉੱਥੇ ਪਾਪੂਲੇਸ਼ਨ ਵੱਧਦੀ ਆ ਤਾਂ ਦੈਨ ਉਹ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ ਗੰਗਾ ਜਮਨਾ ਰੀਜਨ ਵਾਲੇ ਪਾਸੇ। ਤਾਂ ਉਸ ਪੀਰੀਅਡ ਨੂੰ ਕੀ ਕਿਹਾ ਜਾਂਦਾ ਆ, ਪੋਸਟ ਵੈਦਿਕ ਪੀਰੀਅਡ ਕਿਹਾ ਜਾਂਦਾ ਆ। ਜਿਵੇਂ ਅਸੀਂ 4 ਵੇਦਾਂ ਦੀ ਗੱਲ ਕੀਤੀ ਸੀਗੀ, ਤਾਂ 4 ਵੇਦਾਂ ਦੇ ਵਿੱਚ ਉਹ ਰਿਗਵੈਦ ਵਾਲਾ ਪੀਰੀਅਡ ਸੀ। ਜਿਸ ਸਮੇਂ ਰਿਗਵੈਦ ਲਿਖਿਆ ਜਾਂਦਾ ਆ ਤਾਂ ਉਹਨੂੰ ਅਸੀਂ ਰਿਗਵੈਦਿਕ ਪੀਰੀਅਡ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ 3 ਗ੍ਰੰਥ ਲਿਖੇ ਜਾਂਦੇ ਨੇ, ਹੋਰ ਵੇਦ ਲਿਖੇ ਜਾਂਦੇ ਨੇ, ਤਾਂ ਉਸ ਨੂੰ ਅਸੀਂ ਪੋਸਟ ਵੈਦਿਕ ਪੀਰੀਅਡ ਵੀ ਕਹਿ ਦਿੱਤਾ ਜਾਂਦਾ ਆ। ਠੀਕ ਆ ਜੀ। ਤਾਂ ਹੁਣ ਇਹਦੇ ਬਾਰੇ ਪੋਸਟ ਵੈਦਿਕ ਪੀਰੀਅਡ ਦੇ ਵਿੱਚ ਕੀ ਆ, ਇਹ ਗੰਗਾ ਜਮਨਾ ਰੀਜਨ ਵਾਲੇ ਪਾਸੇ ਚਲੇ ਜਾਂਦੇ ਹਨ। ਜਿਵੇਂ ਮੈਂ ਤੁਹਾਨੂੰ ਮੈਪ ਦੇ ਵਿੱਚ ਵੀ ਦਿਖਾਇਆ ਸੀ, ਤੁਸੀਂ ਸਾਡੀ ਪਿਛਲੀ ਵੀਡੀਓ ਦੇਖ ਸਕਦੇ ਹੋ। ਉਹ ਫਿਲਹਾਲ ਪਹਿਲਾਂ ਆ ਕੇ ਕੀ ਆ ਨੌਰਥ ਵੈਸਟ ਵਾਲੇ ਏਰੀਆ, ਜਾਂ ਫਿਰ ਜਿਹਨੂੰ ਅਸੀਂ ਕੀ ਆ ਪੰਜਾਬ ਰੀਜਨ ਕਹਿ ਦਿੰਦੇ ਹਾਂ, ਜਾਂ ਫਿਰ ਜਿਹਨੂੰ ਅਸੀਂ ਸਪਤਾ ਸਿੰਧੂ ਰੀਜਨ ਕਹਿ ਦਿੰਦੇ ਹਾਂ, ਉੱਥੇ ਆ ਕੇ ਕੀ ਆ ਇਹ ਆਪਣੀ ਮਤਲਬ ਸਟੇ ਕਰਦੇ ਨੇ। ਸਭ ਤੋਂ ਪਹਿਲਾਂ ਉੱਥੇ ਆ ਕੇ ਵਸਦੇ ਨੇ। ਹੌਲੀ ਹੌਲੀ ਜਦੋਂ ਇੱਥੇ ਪਾਪੂਲੇਸ਼ਨ ਇਨਕਰੀਜ਼ ਹੁੰਦੀ ਆ ਤਾਂ ਦੈਨ ਗੰਗਾ ਜਮਨਾ ਰੀਜਨ ਵਾਲੇ ਪਾਸੇ ਨੂੰ ਵੱਧ ਜਾਂਦੇ ਨੇ। ਤਾਂ ਇੱਥੇ ਆ ਕੇ ਤੁਹਾਨੂੰ ਮੈਂ ਵੀ ਦੱਸਿਆ ਸੀਗਾ ਕਿ ਪਹਿਲਾਂ ਜਿੱਥੇ ਰਹਿੰਦੇ ਨੇ, ਜਿੱਥੇ ਸਰਸਵਤੀ ਨੂੰ ਇਹ ਰਿਵਰ ਮਹਾਨ ਆਪਣਾ ਪਵਿੱਤਰ ਰਿਵਰ ਮੰਨਦੇ ਨੇ, ਅਤੇ ਉਹਦੇ ਬੈਂਕ ਦੇ ਉੱਤੇ, ਉਹਦੇ ਕਿਨਾਰੇ ਦੇ ਉੱਤੇ ਰਿਗਵੈਦ ਦੀ ਰਚਨਾ ਕੀਤੀ ਜਾਂਦੀ ਹੈ। ਤਾਂ ਉਦੋਂ ਇਹ ਉਸ ਨੂੰ ਬ੍ਰਹਮਵਰਤ ਦਾ ਨਾਮ ਦਿੰਦੇ ਨੇ। ਪਰ ਜਦੋਂ ਇਹ ਗੰਗਾ ਜਮਨਾ ਰੀਜਨ ਦੇ ਵਿੱਚ ਆ ਕੇ ਵਸ ਜਾਂਦੇ ਨੇ ਤਾਂ ਦੈਨ ਕੀ ਆ ਇਹ ਇਸ ਨੂੰ ਆਰਿਆਵਰਤ ਦਾ ਨਾਮ ਦੇ ਦਿੰਦੇ ਨੇ। ਇਹ ਤੁਹਾਨੂੰ ਮੈਂ ਦੱਸਿਆ ਹੋਇਆ ਪਿਛਲੀਆਂ ਵੀਡੀਓਜ਼ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਠੀਕ ਆ। ਤਾਂ ਦੈਨ ਆਰਿਆਵਰਤ ਦਾ ਨਾਮ ਦੇ ਦਿੰਦੇ ਨੇ ਇਹ। ਠੀਕ ਆ। ਹੁਣ ਇੱਥੇ ਆ ਕੇ ਕੀ ਤਬਦੀਲੀਆਂ ਆਉਂਦੀਆਂ ਨੇ ਉਹ ਅਸੀਂ ਮੇਨਲੀ ਦੇਖਣੀਆਂ ਨੇ। ਬ੍ਰਹਮਵਰਤ ਤੋਂ ਨਾਮ ਚੇਂਜ ਹੋ ਗਿਆ ਆਰਿਆਵਰਤ। ਜੋ ਮੁੱਢਲੀ ਸੈਟਲਮੈਂਟ ਸੀਗੀ ਉਹ ਮੂਵ ਕਰ ਜਾਂਦੀ ਆ ਗੰਗਾ ਜਮਨਾ ਰੀਜਨ ਵਾਲੇ ਪਾਸੇ। ਅਤੇ ਇੱਕ ਟੈਕਸ ਸਿਸਟਮ ਆ ਜਿਹੜਾ ਉਹ ਡਿਵੈਲਪ ਕੀਤਾ ਜਾਂਦਾ ਆ, ਜੋ ਕਿ ਰਿਗਵੈਦਿਕ ਪੀਰੀਅਡ ਦੇ ਵਿੱਚ ਨਹੀਂ ਸੀਗਾ। ਜੋ ਪਰਮਾਨੈਂਟ ਆਰਮੀ ਆ ਉਹ ਹੁਣ ਦੇਖਣ ਨੂੰ ਮਿਲਦੀ ਆ। ਪਰਮਾਨੈਂਟ ਆਰਮੀ ਚੀਫ ਵਗੈਰਾ ਦੇਖਣ ਨੂੰ ਮਿਲਦੇ ਨੇ, ਜੋ ਕਿ ਪਹਿਲਾਂ ਵਗੈਰਾ ਨਹੀਂ ਸੀਗਾ। ਇੰਨਾ ਪ੍ਰੋਪਰਲੀ ਸੰਗਠਨ ਔਰਗਨਾਈਜ਼ਡ ਆਰਮੀ ਨਹੀਂ ਸੀਗੀ। ਜਿਵੇਂ ਕਹਿ ਲਓ ਪਹਾੜੇ ਦੇ ਕਿਸਾਨ ਜਿਹੜੇ ਕਹਿ ਲਓ, ਜਾਂ ਲੋੜ ਦੇ ਟਾਈਮ ਦੇ ਉੱਤੇ ਕੀ ਸੈਨਾ ਦੀ ਭਰਤੀ ਕਰ ਲਈ ਜਾਂਦੀ ਸੀ, ਬਟ ਹੁਣ ਅਜਿਹਾ ਕੁਛ ਨਹੀਂ ਹੈਗਾ। ਇਸ ਸਮੇਂ ਕੀ ਇਸ ਪੀਰੀਅਡ ਦੇ ਦੌਰਾਨ ਪਰਮਾਨੈਂਟ ਆਰਮੀ ਵਗੈਰਾ ਸਾਨੂੰ ਦੇਖਣ ਨੂੰ ਮਿਲਦੀ ਆ। ਕਾਸਟ ਸਿਸਟਮ ਦੇ ਵਿੱਚ ਕਾਫੀ ਗਿਰਾਵਟ ਆ ਜਾਂਦੀ ਆ। ਕਾਸਟ ਸਿਸਟਮ ਕਾਫੀ ਰਿਜਡ ਹੋ ਜਾਂਦਾ ਆ। ਛੂਤ ਛਾਤ, ਅਨਟੱਚੇਬਿਲਿਟੀ, ਇੱਕ ਦੂਸਰੇ ਦੇ ਨਾਲ ਨਫ਼ਰਤ ਕਰਨਾ, ਹੈ ਨਾ, ਇਹ ਚੀਜ਼ਾਂ ਨੋਰਮਲ ਹੋ ਜਾਂਦੀਆਂ ਨੇ। ਜੋ ਵੂਮੈਨ ਦਾ ਸਟੇਟਸ ਸੀਗਾ ਪਿਛਲੀ ਪੀਰੀਅਡ ਦੇ ਵਿੱਚ, ਜਿਹਨੂੰ ਅਸੀਂ ਰਿਗਵੈਦਿਕ ਪੀਰੀਅਡ ਕਹਿੰਦੇ ਹਾਂ, ਉਹਦੇ ਵਿੱਚ ਵੂਮੈਨ ਦਾ ਸਟੇਟਸ ਆ ਜਿਹੜਾ ਉਹ ਕਾਫੀ ਵਧੀਆ ਸੀਗਾ। ਬਟ ਇੱਥੇ ਆ ਕੇ ਕੀ ਆ ਡਾਊਨਫਾਲ ਸਟਾਰਟ ਹੋ ਜਾਂਦਾ ਆ। ਵੂਮੈਨ ਦੀ ਉਨੀ ਜ਼ਿਆਦਾ ਰਿਸਪੈਕਟ ਨਹੀਂ ਰਹਿੰਦੀ, ਉਨਾ ਜ਼ਿਆਦਾ ਉਹਨੂੰ ਰੋਲ ਨਹੀਂ ਮਿਲਦਾ। ਉਹਦੇ ਰੋਲ ਨੂੰ ਬਹੁਤ ਸੀਮਿਤ ਕਰ ਦਿੱਤਾ ਜਾਂਦਾ। ਬਾਕੀ ਕੀ ਆ ਉਹਦੇ ਨਾਲ ਰਿਲੇਟਡ ਕੁਛ ਨਾ ਕੁਛ ਕੁਪ੍ਰਥਾਵਾਂ ਜਿਹੜੀਆਂ ਨੇ ਉਹ ਸਟਾਰਟ ਹੋ ਜਾਂਦੀਆਂ ਨੇ। ਠੀਕ ਆ। ਹੁਣ ਪਰ ਇੱਕ ਚੀਜ਼ ਦਾ ਫਾਇਦਾ ਜ਼ਰੂਰ ਹੁੰਦਾ, ਇਕਨੋਮਿਕ ਪ੍ਰੋਸਪੈਰਿਟੀ ਆ ਜਾਂਦੀ ਆ। ਉਹ ਇਕਨੋਮਿਕ ਪ੍ਰੋਸਪੈਰਿਟੀ ਆਉਣ ਦਾ ਕਾਰਨ ਕੀ ਆ, ਗੰਗਾ ਜਮਨਾ ਰੀਜਨ ਵਾਲੇ ਪਾਸੇ ਆਉਂਦੇ ਨੇ। ਮਤਲਬ ਇਹ ਰੀਜਨ ਕਿਹੜਾ ਆ, ਬਹੁਤ ਫਰਟਾਈਲ ਰੀਜਨ ਆ। ਇਸ ਕਰਕੇ ਐਗਰੀਕਲਚਰ ਦਾ ਕੀ ਆ ਪੂਰਨ ਇੱਥੇ ਡਿਵੈਲਪਮੈਂਟ ਹੁੰਦੀ ਆ। ਠੀਕ ਆ। ਤਾਂ ਹੁਣ ਇੱਥੇ ਮੁੱਖ ਧੰਦਾ ਵੀ ਇਹਨਾਂ ਦਾ ਕੀ ਬਣ ਜਾਂਦਾ, ਐਗਰੀਕਲਚਰ ਬਣ ਜਾਂਦਾ ਆ। ਪਰ ਪਿਛਲੇ ਪੀਰੀਅਡ ਦੇ ਵਿੱਚ ਕੀ ਸੀਗਾ, ਡੋਮੈਸਟੀਕੇਸ਼ਨ ਆਫ ਐਨੀਮਲਸ, ਮਤਲਬ ਉਹ ਐਨੀਮਲਸ ਪਾਲਦੇ ਸੀਗੇ। ਬਟ ਹੁਣ ਕੀ ਆ ਉਹ ਐਗਰੀਕਲਚਰ ਦੇ ਵਿੱਚ ਆਪਣਾ ਹੱਥ ਜਮਾਉਣਗੇ। ਅਤੇ ਐਗਰੀਕਲਚਰ ਫਰਟਾਈਲ ਏਰੀਆ ਹੋਣ ਕਰਕੇ, ਪ੍ਰੋਪਰ ਰਿਵਰਸ ਵਗੈਰਾ, ਪ੍ਰੋਪਰ ਰਿਵਰ ਬੇਸਿਨ ਹੋਣ ਦੇ ਕਰਕੇ ਕੀ ਆ ਕਾਫੀ ਫਾਇਦਾ ਹੁੰਦਾ ਆ। ਅਤੇ ਅਮੀਰੀ ਮਤਲਬ ਜਾਂ ਇਕਨੋਮਿਕ ਪ੍ਰੋਸਪੈਰਿਟੀ ਆਉਂਦੀ ਆ ਇਹਨਾਂ ਦੇ ਵਿੱਚ। ਠੀਕ। ਉਸ ਤੋਂ ਨੈਕਸਟ ਕੀ ਆ ਬ੍ਰਾਹਮਿਕਲ ਸੁਪਰੀਮੇਸੀ ਜਾਂ ਸੁਪੀਰੀਅਰਿਟੀ। ਹੁਣ ਜਿਹੜਾ ਬ੍ਰਾਹਮਿਕਲ ਰੂਲਸ ਨੇ, ਜਿਹੜੇ ਬ੍ਰਾਹਮਣਵਾਦ ਆ, ਜਿਹੜਾ ਬ੍ਰਾਹਮਣਵਾਦ ਦਾ ਕੀ ਆ ਬੋਲਬਾਲਾ ਹੋ ਜਾਂਦਾ ਹਰ ਪਾਸੇ ਬ੍ਰਾਹਮਣ। ਅਤੇ ਇਹਨਾਂ ਨੂੰ ਕੀ ਆ ਅਰਥ ਦਾ ਦੇਵਤਾ ਕਿਹਾ ਜਾਂਦਾ ਹੈ ਇਸ ਟਾਈਮ। ਇੱਥੇ ਕੀ ਆ ਗੋਡ ਆਫ ਅਰਥ, ਹੈ ਨਾ।
ਗੋਡ ਆਫ ਅਰਥ ਮੰਨਿਆ ਜਾਂਦਾ। ਮਤਲਬ ਸਾਡੇ ਜੀਵਨ ਦੇ ਵਿੱਚ ਇਹਨਾਂ ਦਾ ਇੱਕ ਅਟੁੱਟ ਰੋਲ ਬਣ ਜਾਂਦਾ ਆ। ਬ੍ਰਾਹਮਣਾਂ ਦਾ ਸਾਡੇ ਜੀਵਨ ਦੇ ਵਿੱਚ 40 ਲਗਭਗ ਸੰਸਕਾਰ ਜਾਂ ਇੱਕ ਪ੍ਰੋਪਰ ਫੰਕਸ਼ਨ ਕਰਵਾਏ ਜਾਂਦੇ ਨੇ ਜੋ ਬ੍ਰਾਹਮਣਾਂ ਵੱਲੋਂ ਕਰਵਾਏ ਜਾਂਦੇ ਨੇ, ਅਤੇ ਕਈ ਤਰੀਕੇ ਦੇ ਸਾਨੂੰ ਦਾਨ ਦੇਣੇ ਪੈਂਦੇ ਨੇ। ਇਸ ਕਰਕੇ ਜੋ ਕੁਛ ਵੀ ਚੀਜ਼ਾਂ ਨੇ ਉਹ ਬ੍ਰਾਹਮਣਾਂ ਦੀ ਸੁਪਰੀਓਰਿਟੀ ਕਾਇਮ ਹੋ ਜਾਂਦੀ ਆ, ਸੁਪਰੀਮੇਸੀ ਕਾਇਮ ਹੋ ਜਾਂਦੀ ਆ, ਅਤੇ ਬ੍ਰਾਹਮਣਾਂ ਨੂੰ ਧਰਤੀ ਦਾ ਦੇਵਤਾ ਮੰਨਿਆ ਜਾਂਦਾ ਆ, ਹੈ ਨਾ। ਉਸ ਤੋਂ ਬਾਅਦ ਦੇ ਵਿੱਚ ਕੀ ਆ, ਧਰਮ ਵੀ ਥੋੜ੍ਹਾ ਜਿਹਾ ਕੰਪਲੈਕਸਿਟੀ ਆ ਜਾਂਦੀ ਆ। ਮਤਲਬ ਥੋੜ੍ਹੀਆਂ ਬਹੁਤੀਆਂ ਭੇਖ ਪਖੰਡ, ਜਿਹਨੂੰ ਅੰਧ ਵਿਸ਼ਵਾਸ ਕਹਿ ਦਿੰਦੇ ਹਾਂ, ਯੱਗ ਹਵਨੀਆਂ ਹਵਨ, ਇਹਨਾਂ ਦੇ ਉੱਤੇ ਵਾਧੂ ਖਰਚੇ ਕਰਨੇ ਸਟਾਰਟ ਕਰ ਦਿੱਤੇ ਜਾਂਦੇ ਨੇ, ਵਾਧੂ ਦਿਖਾਵੇ ਕਰਨੇ ਸਟਾਰਟ ਕਰ ਦਿੱਤੇ ਜਾਂਦੇ ਨੇ, ਜੋ ਕਿ ਪਹਿਲਾਂ ਨੋਰਮਲ ਸੀਗਾ ਧਰਮ, ਬਟ ਹੁਣ ਕੀ ਆ, ਥੋੜ੍ਹੀ ਜਿਹੀ ਕੰਪਲੈਕਸਿਟੀ ਆ ਜਾਂਦੀ ਆ। ਪਹਿਲਾਂ ਇਹ ਨੇਚਰ ਨੂੰ ਮਤਲਬ ਕਿ ਪੂਜਾ ਕਰਦੇ ਸੀਗੇ, ਬਟ ਹੁਣ ਕੀ ਆ, ਹੁਣ ਨਵਾਂ ਕੰਸੈਪਟ ਆਊਗਾ, ਤ੍ਰਿਦੇਵ ਵਾਲਾ ਕੰਸੈਪਟ ਆਊਗਾ, ਜੋ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ ਜਦੋਂ ਅਸੀਂ ਇਹਦੀ ਰਿਲੀਜੀਅਸ ਲਾਈਫ ਦੇ ਬਾਰੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਪੋਸਟ ਵੈਦਿਕ ਲਿਟਰੇਚਰ, ਇਹਦੇ ਬਾਰੇ ਨੈਕਸਟ ਨਾਲ ਦੀ ਨਾਲ ਅਗਲੀ ਸਲਾਈਡ ਦੇ ਵਿੱਚ ਡਿਸਕਸ ਕਰਦੇ ਹਾਂ। ਅਤੇ ਸਭਾ ਅਤੇ ਸੰਮਤੀ, ਜਿਹੜੀਆਂ ਪ੍ਰਜਾਪਤੀ ਦੀਆਂ 2 ਪੁੱਤਰੀਆਂ ਕਿਹਾ ਜਾਂਦਾ ਸੀ, ਜੋ ਕਿੰਗ ਨੂੰ ਅਸਿਸਟ ਕਰਦੀਆਂ ਸੀਗੀਆਂ, ਅਤੇ ਕਿੰਗ ਇਹਨਾਂ ਦੀ ਅਕੋਰਡਿੰਗ ਹੀ ਆਪਣਾ ਰੂਲ ਕਰਦਾ ਸੀਗਾ। ਪਰ ਇਹਨਾਂ ਦੀ ਵੀ ਪੋਜੀਸ਼ਨ ਦੇ ਵਿੱਚ ਕੀ ਡਾਊਨਫਾਲ ਆਉਂਦਾ ਆ, ਅਤੇ ਉਹ ਕਿਵੇਂ ਕਿਵੇਂ ਚੀਜ਼ਾਂ ਹੁੰਦੀਆਂ ਨੇ ਉਹ ਤੁਹਾਨੂੰ ਕੀ ਆ ਨੈਕਸਟ ਸਲਾਈਡ, ਇਹ ਜਸਟ ਇੱਕ ਓਵਰਵਿਊ ਆ ਜੋ ਕੁਛ ਕੀ ਆ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਨਾ ਆ, ਠੀਕ ਆ। ਤਾਂ ਬਣੇ ਰਹੋ ਸਾਡੇ ਨਾਲ। ਹੁਣ ਇਹ ਜਿਹੜਾ ਪੋਸਟ ਵੈਦਿਕ ਪੀਰੀਅਡ ਆ, ਜਿਵੇਂ ਆਪਾਂ ਦੇਖਿਆ ਸੀਗਾ ਰਿਗਵੈਦਿਕ ਪੀਰੀਅਡ ਦੀ ਗੱਲ ਕਰਦੇ ਹਾਂ ਜਦੋਂ, ਤਾਂ ਰਿਗਵੈਦਿਕ ਪੀਰੀਅਡ ਕੀ ਆ, 1500 BC ਤੋਂ ਲੈ ਕੇ ਅਸੀਂ ਕੀਤਾ ਸੀਗਾ 1000 BC ਤੱਕ, ਠੀਕ ਆ। 1500 BC ਤੋਂ 1000 BC ਤੱਕ ਦਾ ਜਿਹੜਾ ਟਾਈਮ ਪੀਰੀਅਡ ਆ, ਉਹਨੂੰ ਅਸੀਂ ਕੀ ਕਹਿ ਦਿੰਦੇ ਸੀਗੇ, ਰਿਗਵੈਦਿਕ ਪੀਰੀਅਡ ਕਹਿ ਦਿੰਦੇ ਸੀਗੇ। ਹੁਣ ਜਿਹੜਾ ਪੋਸਟ ਵੈਦਿਕ ਪੀਰੀਅਡ ਆ, ਇਹ ਕਦੋਂ ਸਟਾਰਟ ਹੁੰਦਾ ਆ, ਇਹ 1000 BC ਤੋਂ ਸਿੰਪਲੀ ਜਾਂਦਾ 600 BC ਤੱਕ, ਠੀਕ ਆ। 600 BC ਤੋਂ ਫਿਰ ਅਸੀਂ ਮਤਲਬ 600 BC ਦੇ ਨੇੜੇ ਤੇੜੇ ਆ ਕੇ ਕੀ ਆ, ਸਾਨੂੰ ਮਹਾਤਮਾ ਬੁੱਧ, ਮਹਾਤਮਾ ਜਿਹੜੇ ਮਹਾਵੀਰ ਜੈਨਾ ਵਗੈਰਾ ਮਿਲਦੇ ਨੇ, ਹੈ ਨਾ। ਤਾਂ ਉਸ ਪੀਰੀਅਡ ਤੱਕ ਦਾ ਕੀ ਆ, ਇਸ ਪੀਰੀਅਡ ਨੂੰ 1000 BC ਤੋਂ ਜਿਹੜਾ 600 BC ਤੱਕ ਦਾ ਪੀਰੀਅਡ ਆ, ਉਹਨੂੰ ਕੀ ਮੰਨਿਆ ਜਾਂਦਾ ਆ, ਪੋਸਟ ਵੈਦਿਕ ਪੀਰੀਅਡ ਮੰਨਿਆ ਜਾਂਦਾ, ਠੀਕ ਆ। ਹੁਣ ਕੀ ਡਿਸਕਸ ਕਰਨਾ ਇਹਦੇ ਵਿੱਚ ਆਪਾਂ ਦੇਖਦੇ ਹਾਂ। ਹੁਣ ਸਿੰਪਲੀ ਦੇਖੋ, ਪੋਸਟ ਵੈਦਿਕ ਪੀਰੀਅਡ, ਥੋੜ੍ਹਾ ਜਿਹਾ ਪੋਸਟ ਵੈਦਿਕ ਪੀਰੀਅਡ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਇਸ ਉੱਤਰ ਵੈਦਿਕ ਪੀਰੀਅਡ ਦੇ ਵਿੱਚ ਕੀ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਆ ਗਿਆ, ਸਭ ਤੋਂ ਪਹਿਲੇ ਨੰਬਰ 'ਤੇ ਆ ਗਿਆ ਵੇਦਾਂਗਸ, ਹੈ ਨਾ। ਹੁਣ ਇਹ ਥੋੜ੍ਹਾ ਕੁ ਜਿਹਾ ਟਿਪੀਕਲ ਆ। ਵੇਦਾਂਗ 2 ਸ਼ਬਦਾਂ ਤੋਂ ਮਿਲ ਕੇ ਬਣਿਆ, ਵੇਦਾ ਪਲੱਸ ਅੰਗਾ। ਅੰਗਾ ਦਾ ਮਤਲਬ ਕੀ ਹੁੰਦਾ, ਔਰਗਨਸ, ਸਾਡੇ ਸਰੀਰ ਦੇ ਜਿਵੇਂ ਅੰਗ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਅੰਗ ਕਿਹਾ ਮੰਨਿਆ ਜਾਂਦਾ। ਇਹਨਾਂ ਨੂੰ ਕਿਹਦਾ ਅੰਗ ਮੰਨਿਆ ਜਾਂਦਾ, ਵੇਦ ਦਾ ਅੰਗ ਮੰਨਿਆ ਜਾਂਦਾ, ਇਸੇ ਕਰਕੇ ਇਹਨੂੰ ਕਿਹਾ ਵੇਦਾਂਗਸ ਕਿਹਾ ਜਾਂਦਾ ਹੈ, ਠੀਕ ਆ। ਤਾਂ ਟੋਟਲ ਕਿੰਨੇ ਸੀਗੇ ਨੰਬਰ ਦੇ ਵਿੱਚ, ਟੋਟਲ ਕਿੰਨੇ ਲਿਖੇ ਗਏ, 6 ਸੀਗੇ, ਠੀਕ ਆ ਜੀ। 6 ਸੀਗੇ ਟੋਟਲ ਗਿਣਤੀ ਵਿੱਚ। ਕਿਹੜੇ ਸਬਜੈਕਟਸ ਨਾਲ ਰਿਲੇਟਡ ਸੀਗੇ ਇਹ ਦੇਖ ਲੈਂਦੇ ਹਾਂ, ਕਾਫੀ ਇੰਪੋਰਟੈਂਟ ਆ। ਜਿਵੇਂ ਸਿਕਸ਼ਾ ਕਹਿ ਲਓ, ਸਿਕਸ਼ਾ ਐਜੂਕੇਸ਼ਨ ਦੇ ਨਾਲ ਪਲੱਸ ਪ੍ਰੋਨਾਂਸੀਏਸ਼ਨ ਦੇ ਨਾਲ, ਠੀਕ ਆ। ਪ੍ਰੋਨਾਂਸੀਏਸ਼ਨ ਮਤਲਬ ਉਚਾਰਨ ਦੇ ਨਾਲ ਰਿਲੇਟਡ ਇੱਕ ਵੇਦਾਂਗ ਆ। ਉਸ ਤੋਂ ਬਾਅਦ ਵਿਆਕਰਨ ਕਿਹਦੇ ਨਾਲ, ਨੋਰਮਲੀ ਆਪਾਂ ਨੂੰ ਪਤਾ ਗ੍ਰਾਮਰ ਦੀ ਗੱਲ ਹੋ ਰਹੀ ਆ। ਜੋਤਿਸ਼, ਐਸਟਰੋਲੋਜੀ, ਨਿਰੂਕਤ ਸਾਇੰਸ, ਇੱਥੇ ਵਿਗਿਆਨ ਦੀ ਗੱਲ ਹੋ ਰਹੀ ਆ। ਕਲਪ, ਸੈਰੀਮੋਨੀਅਲ ਰਿਚੁਅਲਸ। ਕਲਪ ਦਾ ਮਤਲਬ ਸੈਰੀਮੋਨੀਅਲ ਰਿਚੁਅਲਸ ਮਤਲਬ ਜੋ ਕੁਛ ਵੀ ਅਸੀਂ ਰੀਤੀ ਰਿਵਾਜ ਨੇ, ਜੋ ਕੁਛ ਪਰੰਪਰਾਵਾਂ ਨੂੰ ਫੋਲੋ ਕਰਦੇ ਹਾਂ, ਜਾਂ ਜੋ ਕੁਛ ਵੀ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਸਾਰਿਆਂ ਦੇ ਬਾਰੇ ਕੀ ਆ ਇਹਦੇ ਵਿੱਚ ਦੱਸਿਆ ਗਿਆ। ਉਸ ਤੋਂ ਬਾਅਦ 'ਚ ਆ ਜਾਂਦਾ ਛੰਦ। ਜਿਵੇਂ ਪੰਜਾਬ ਦੇ ਵਿੱਚ ਆਪਾਂ ਇੱਕ ਛੰਦ ਗਾਉਂਦੇ ਵੀ ਹੁੰਦੇ ਹਾਂ ਨਾ, ਖੁਸ਼ੀ ਦੇ ਮੌਕੇ ਦੇ ਉੱਤੇ ਛੰਦ ਪਰਾਗੇ ਆਈਏ ਜਾਈਏ, ਇਹ ਉਹੀ ਚੀਜ਼ ਹੈ। ਮਤਲਬ ਕੀ ਇੱਕ ਪੋਇਟਿਕ ਮੀਟਰ ਜਾਂ ਰਿਦਮ ਰਿਦਮ ਕਹਿ ਦਿੱਤਾ ਜਾਂਦਾ। ਮਤਲਬ ਇੱਕ ਸੁਰ ਤਾਲ ਲੈ ਜਿਹੜੀ ਚੀਜ਼ ਆ, ਇਹ ਉਹਨਾਂ ਚੀਜ਼ਾਂ ਦੇ ਬਾਰੇ ਕੀ ਆ ਸਟੱਡੀ ਕਰਵਾਈ ਜਾਂਦੀ ਸੀਗੀ, ਠੀਕ ਆ। ਵੇਦਾਂਗਸ ਦੇ ਵਿੱਚ ਟੋਟਲ ਸੀਗੇ ਵੇਦਾਂਗ। ਹੁਣ ਇੱਥੇ ਯਾਦ ਕਰਨਾ, ਵੇਦਾਂਗ ਦਾ ਮਤਲਬ ਕੀ ਆ, ਵੇਦਾਂਗ ਮਤਲਬ ਵੇਦਾਂ ਦਾ ਅੰਗ। ਇੱਕ ਤਰੀਕੇ ਦੇ ਕਿੰਨੇ ਸੀਗੇ ਗਿਣਤੀ ਦੇ ਵਿੱਚ, 6 ਸੀਗੇ। ਕਿਹੜੇ ਸਬਜੈਕਟ ਨਾਲ ਰਿਲੇਟਡ ਸੀਗੇ, ਤਾਂ ਆ ਸਿਕਸ਼ਾ, ਜਿਹਨੂੰ ਐਜੂਕੇਸ਼ਨ ਜਾਂ ਪ੍ਰੋਨਾਂਸੀਏਸ਼ਨ, ਉਚਾਰਨ ਕਿਵੇਂ ਕਰਨਾ ਆ, ਵੇਦਾਂ ਨੂੰ ਉਚਾਰਨ ਕਿਵੇਂ ਕਰਨਾ। ਪਹਿਲਾਂ ਤਾਂ ਗੱਲ ਇਹਨਾਂ ਦੇ ਥਰੂ ਵੇਦਾਂ ਦੀ ਐਜੂਕੇਸ਼ਨ ਦਿੱਤੀ ਜਾਂਦੀ ਸੀ, ਪਲੱਸ ਉਹਦਾ ਉਚਾਰਨ ਕਿਵੇਂ ਕਰਨਾ ਆ। ਉਸ ਤੋਂ ਬਾਅਦ ਵਿਆਕਰਨ, ਮਤਲਬ ਵਿਆਕਰਨ ਨੂੰ ਕਿਵੇਂ ਯੂਜ਼ ਕਰਨਾ। ਜੋਤਿਸ਼, ਜਿਹੜੀ ਜੋਤਿਸ਼ ਵਿੱਦਿਆ ਵਗੈਰਾ। ਨਿਰੂਕਤ ਸਾਇੰਸ, ਕਲਪ, ਸੈਰੀਮੋਨੀਅਲ, ਰੀਤੀ ਰਿਵਾਜਾਂ ਦੇ ਬਾਰੇ। ਛੰਦ, ਪੋਇਟਿਕ ਮੀਟਰ ਜਾਂ ਰਿਦਮ, ਇਹ ਮਤਲਬ ਵੀ ਕਿਸ ਤਰੀਕੇ ਨਾਲ ਰਿਦਮ, ਸੁਰ ਤਾਲ ਲੈ ਦੇ ਵਿੱਚ ਕਿੱਦਾਂ ਚੀਜ਼ਾਂ ਚੱਲਣੀਆਂ ਨੇ, ਇਹ ਸਾਰੀ ਚੀਜ਼ਾਂ ਦੇ ਬਾਰੇ ਕਿ ਸਾਨੂੰ ਜਾਣਕਾਰੀ ਮਿਲਦੀ ਹੈ ਇਹਦੇ ਵਿੱਚ। ਅਤੇ ਮੇਨਲੀ ਕੀ ਆ, ਇਹ ਜਿਹੜੇ ਨੇ ਇਹ ਯੂਜ਼ ਕੀਤੇ ਨੇ ਅੰਡਰਸਟੈਂਡਿੰਗ ਐਂਡ ਪ੍ਰੋਨਾਂਸੀਏਸ਼ਨ ਆਫ ਦਾ ਵੇਦਾਸ। ਮਤਲਬ ਇਹਨਾਂ ਵੇਦਾਂਗਸ ਦੇ ਨਾਲ ਸਾਨੂੰ ਕਿਹਦੀ ਨੌਲੇਜ ਮਿਲਦੀ ਆ, ਇੱਕ ਤਾਂ ਸਾਨੂੰ ਇਹਨਾਂ ਵੇਦਾਂ ਦੀ ਜਿਹੜੇ ਵੇਦਾਸ ਨੇ, ਠੀਕ ਆ,
वेदास ਦੀ ਨੌਲੇਜ ਮਿਲ ਜਾਂਦੀ ਆ, ਠੀਕ ਆ। वेदास ਦੀ ਨੌਲੇਜ ਮਿਲ ਜਾਂਦੀ ਆ, ਪਲੱਸ ਇਹਨਾਂ ਦੇ ਪ੍ਰੋਨਾਂਸੀਏਸ਼ਨ ਦੀ, ਮਤਲਬ ਉਚਾਰਨ ਦੀ, ਮਤਲਬ ਇਹਨਾਂ ਨੂੰ ਕਿਸ ਤਰੀਕੇ ਨਾਲ ਉਚਾਰਨ ਕਰਨਾ ਆ, ਉਸ ਚੀਜ਼ ਦੇ ਬਾਰੇ ਸਾਨੂੰ ਨੌਲੇਜ ਮਿਲ ਜਾਂਦੀ ਹੈ, ਠੀਕ ਆ ਜੀ। ਤਾਂ ਇਹ वेदांग ਆ। ਕੁਐਸਚਨ ਇੰਪੋਰਟੈਂਟ ਨੇ, ਬਣਦੇ ਵੀ ਨੇ, ਤਾਂ ਤੈਨੂੰ ਧਿਆਨ ਰੱਖਣਾ ਆ। ਨਿਰੁਕਤ ਦਾ ਮਤਲਬ ਕੀ ਆ? ਸਾਇੰਸ। ਕਲਪ वेदांग ਕਿਹਦੇ ਨਾਲ ਰਿਲੇਟਡ ਆ? ਸੈਰੇਮੋਨੀਅਲ ਦੇ ਨਾਲ। ਸਿੱਖਿਆ ਕਿਹਦੇ ਨਾਲ ਰਿਲੇਟਡ ਆ? ਐਜੂਕੇਸ਼ਨ ਦੇ ਨਾਲ ਤਾਂ ਹੈ ਹੀ ਹੈ, ਪਲੱਸ ਪ੍ਰੋਨਾਂਸੀਏਸ਼ਨ ਜ਼ਰੂਰ ਐਡ ਕਰ ਲਿਓ, ਇੱਥੇ ਮੈਂ ਭੁੱਲ ਗਿਆ ਲਿਖਣਾ। ਵਿਆਕਰਨ ਦਾ ਗ੍ਰਾਮਰ ਦੇ ਨਾਲ ਆ, ਤਾਂ ਜੋਤਿਸ਼ ਦਾ ਐਸਟਰੋਲੋਜੀ ਦੇ ਨਾਲ, ਠੀਕ ਆ। ਇਹ ਤਾਂ ਚੀਜ਼ਾਂ ਨੇ। ਛੰਦ ਦਾ ਪੋਇਟਿਕ ਮੈਟਰ ਦੇ ਨਾਲ। ਇਹ ਦੋ ਤਿੰਨ ਕੁ ਚੀਜ਼ਾਂ ਨੇ ਜਿਹੜੀਆਂ ਆ ਨਿਰੁਕਤ, ਕਲਪ ਅਤੇ ਛੰਦ ਨੇ ਜਿਹੜੇ, ਇਹਨਾਂ ਦੇ ਬਾਰੇ ਯਾਦ ਕਰ ਲਿਓ, ਅਤੇ ਸਿੱਖਿਆ ਦਾ ਪ੍ਰੋਨਾਂਸੀਏਸ਼ਨ ਯਾਦ ਕਰ ਲਿਓ, ਠੀਕ ਆ। ਹੁਣ ਨੈਕਸਟ ਜਿਹੜਾ ਇਹਦੇ ਵਿੱਚ ਆ ਜਾਂਦਾ ਆ, ਇਹ ਇੰਪੋਰਟੈਂਟ ਨੇ ਅੰਡਰਸਟੈਂਡਿੰਗ ਦੇ ਲਈ ਅਤੇ ਉਚਾਰਨ ਦੇ ਲਈ, ਠੀਕ। ਇਹ ਕੁਐਸਚਨ ਇੰਪੋਰਟੈਂਟ ਬਣਦੇ ਨੇ। ਉਸ ਤੋਂ ਬਾਅਦ 'ਚ ਆ ਜਾਂਦਾ ਸੂਤਰ। ਹੁਣ ਸੂਤਰ ਦੀ ਗੱਲ ਕਰਦੇ ਹਾਂ, ਤਾਂ ਸੂਤਰਾਜ ਹੈ ਨਾ। ਤਾਂ ਸੂਤਰਾਜ ਨੇ ਜਿਹੜੇ, ਸੂਤਰ ਦਾ ਮਤਲਬ ਨੋਰਮਲੀ ਆਪਾਂ ਕਹਿੰਦੇ ਹਾਂ ਸੂਤਰ ਦਾ ਮਤਲਬ ਹੁੰਦਾ ਆ ਸਟਰਿੰਗ ਜਾਂ ਥਰੈਡ, ਜਿਵੇਂ ਇੱਕ ਮਾਲਾ ਕਹਿ ਲਓ, ਅਤੇ ਜਾਂ ਫਿਰ ਕੀ ਕਹਿ ਲਓ, ਧਾਗਾ ਕਹਿ ਲਓ, ਹੈ ਨਾ। ਇੱਕ ਧਾਗੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਸੂਤਰ ਪਰੋਏ ਹੋਏ ਨੇ, ਇਸ ਤਰੀਕੇ ਦੀਆਂ ਚੀਜ਼ਾਂ ਮਤਲਬ ਕਿਹਾ ਜਾ ਰਿਹਾ। ਹੁਣ ਇਹ ਕਿਸ ਚੀਜ਼ ਦੇ ਲਈ ਯੂਜ਼ ਕੀਤੇ ਜਾਂਦੇ ਸੀਗੇ? ਇਹ ਕਿਸ ਚੀਜ਼ ਦੇ ਲਈ ਲਿਖੇ ਗਏ? ਰਿਮੈਂਬਰੈਂਸ ਆਫ ਵੇਦਾਸ। ਮਤਲਬ ਜਿਵੇਂ ਅੱਜ ਕੱਲ੍ਹ ਆਪਾਂ ਕੋਈ ਚੀਜ਼ ਨੂੰ ਯਾਦ ਕਰਨ ਲਈ ਇੱਕ ਸ਼ਾਰਟ ਟ੍ਰਿਕ ਨਹੀਂ ਲਿਖ ਲੈਂਦੇ ਹੈਗੇ, ਸ਼ਾਰਟ ਟ੍ਰਿਕ ਆਪਣੇ ਦਿਮਾਗ 'ਚ ਬਿਠਾ ਲੈਂਦੇ ਹਾਂ, ਅਤੇ ਉਸ ਸ਼ਾਰਟ ਟ੍ਰਿਕਸ ਦੇ ਰਾਹੀਂ ਆਪਾਂ ਚੀਜ਼ਾਂ ਨੂੰ ਯਾਦ ਰੱਖਦੇ ਹਾਂ। ਇਸੇ ਤਰੀਕੇ ਨਾਲ ਸੂਤਰਾਜ ਨੇ ਜਿਹੜੇ ਲਿਖੇ ਗਏ, ਕਿਸ ਗੱਲ ਦੇ ਲਈ? ਵੇਦਾਸ ਨੂੰ ਮਤਲਬ ਯਾਦ ਰੱਖਣ ਦੇ ਲਈ, ਠੀਕ ਆ। ਤਾਂ ਮੇਨ ਜਿਹੜੇ ਨੇ ਇਹਨਾਂ ਦੇ ਵਿੱਚ ਉਹ ਡਿਸਕਸ ਕਰ ਲੈਂਦੇ ਹਾਂ। ਸਰੋਤਾ ਸੂਤਰਾ ਪੰਜਾਬੀ 'ਚ ਆਪਾਂ ਸਰੋਤ ਸੂਤਰ ਕਹਿ ਦਾਂਗੇ, ਅਤੇ ਉੱਦਾਂ ਸਰੋਤਾ ਸੂਤਰਾ ਆ ਜਿਹੜਾ, ਇਹ ਬੇਸਿਕਲੀ ਯੱਗ ਬਲੀ ਅਤੇ ਕਸਟਮ ਰੀਤੀ ਰਿਵਾਜ ਨੇ, ਉਹਨਾਂ ਦੇ ਬਾਰੇ ਰਿਲੇਟਡ ਸੀਗਾ ਵੀ ਯੱਗ ਬਲੀ ਨਾਲ ਚੀਜ਼ਾਂ ਕਿਹੜੀਆਂ ਕਰਨੀਆਂ ਨੇ, ਕਿਹੜੀਆਂ ਕਿਸ ਤਰੀਕੇ ਨਾਲ ਹੋਣਗੀਆਂ, ਕਸਟਮ ਰੀਤੀ ਰਿਵਾਜਾਂ ਦੇ ਨਾਲ ਰਿਲੇਟਡ ਸੀਗਾ ਇਹ ਸੂਤਰ। ਗ੍ਰਹਿ ਸੂਤਰ ਆ ਜਿਹੜਾ, ਇਹ ਫੈਮਿਲੀ ਫੰਕਸ਼ਨ। ਹੁਣ ਇਸ ਸਮੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਲਾਈਫ ਜਿਹੜੀ ਆ ਕੰਪਲੈਕਸ ਹੋ ਗਈ ਸੀਗੀ। ਬੰਦੇ ਦੇ ਜੀਵਨ ਦੇ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ 40 ਓਕੇਸ਼ਨ ਆਉਂਦੇ ਸੀਗੇ, ਜਿਨ੍ਹਾਂ ਦੇ ਵਿੱਚ ਉਹਨੂੰ ਕੀ ਆ, ਬ੍ਰਾਹਮਣਾਂ ਦੀ ਹੈਲਪ ਦੇ ਨਾਲ ਕੁਛ ਨਾ ਕੁਛ ਅਨੁਸ਼ਠਾਨ ਕਰਨਾ ਪੈਂਦਾ ਸੀ ਜਾਂ ਫੰਕਸ਼ਨ ਕਰਨੇ ਪੈਂਦੇ ਸੀ। ਇਹਦੇ ਵਿੱਚ ਉਹਨਾਂ ਸਾਰੇ ਫੰਕਸ਼ਨਸ ਦੇ ਬਾਰੇ ਜਾਣਕਾਰੀ ਸੀ ਵੀ ਕਿਹੜੀਆਂ ਚੀਜ਼ਾਂ ਕਿਹੜੇ ਟਾਈਮ 'ਤੇ ਕੀ ਕਰਨਾ ਆ। ਜਿਵੇਂ ਨੋਰਮਲੀ ਆਪਾਂ ਕਹਿ ਲਓ ਵੀ ਕਿੰਨੀ ਉਮਰ 'ਤੇ ਜਾ ਕੇ ਮੁੰਡਨ ਕੀਤਾ ਜਾਊਗਾ, ਕਿੰਨੀ ਉਮਰ 'ਤੇ ਜਾ ਕੇ ਜਨੇਊ ਪਾਇਆ ਜਾਊਗਾ, ਕਿੰਨੀ ਉਮਰ 'ਤੇ ਜਾ ਕੇ ਐਜੂਕੇਸ਼ਨ ਦਿੱਤੀ ਜਾਊਗੀ, ਕਿੰਨੀ ਉਮਰ 'ਚ ਜਾ ਕੇ ਵਿਆਹ ਕੀਤਾ ਜਾਊਗਾ, ਹੈ ਨਾ। ਵਿਆਹ ਵੇਲੇ ਕਿਹੜੀ ਚੀਜ਼ਾਂ ਕਰਨੀਆਂ ਨੇ, ਜਾਂ ਫਿਰ ਜਦੋਂ ਪੜ੍ਹਾਈ ਦੇ ਵਿੱਚ ਜਿਵੇਂ ਅੱਜ ਡਿਗਰੀਆਂ ਮਿਲਦੀਆਂ ਨੇ, ਉਦੋਂ ਵੀ ਕੁਛ ਨਾ ਕੁਛ ਇਹੋ ਜਿਹਾ ਸਿਸਟਮ ਸੀ। ਉਦੋਂ ਕਿਹੜੀਆਂ ਸੈਰਮੋਨੀਜ਼, ਮਤਲਬ ਇਹ ਸਾਰਾ ਕੁਛ ਚੀਜ਼ਾਂ ਹੋ ਰਹੀਆਂ ਸੀਗੀਆਂ, ਠੀਕ ਆ। ਉਸ ਤੋਂ ਨੈਕਸਟ ਆ ਜਾਂਦਾ ਧਰਮ ਸੂਤਰਾ ਡੀਲ ਕਰਦਾ ਆ ਕਸਟਮ, ਰਿਚੁਅਲਸ, ਡਿਊਟੀਜ਼ ਐਂਡ ਲਾਜ਼। ਮਤਲਬ ਧਰਮ ਕੀ ਸਿਖਾਉਂਦਾ? ਹੁਣ ਧਰਮ ਦਾ ਮਤਲਬ ਸਾਡੇ ਵਾਲਾ ਧਰਮ ਨਹੀਂ ਹੈਗਾ। ਧਰਮ ਦਾ ਮਤਲਬ ਇੱਕ ਬੰਦੇ ਦੀਆਂ ਕੀ ਕਰਤੱਵ ਨੇ, ਕੀ ਡਿਊਟੀਜ਼ ਨੇ, ਕਿਹੜੀਆਂ ਕਦਰਾਂ ਕੀਮਤਾਂ ਨੂੰ ਉਹਨੇ ਫੋਲੋ ਕਰਨਾ ਹੈ, ਕਿਹੜੀਆਂ ਕਦਰਾਂ ਕੀਮਤਾਂ ਦੇ ਅਕੋਰਡਿੰਗ ਉਹਨੇ ਬਿਹੇਵ ਕਰਨਾ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਧਰਮ ਸੂਤਰ ਦੇ ਵਿੱਚ ਕੀ ਆ, ਮਤਲਬ ਡਿਸਕਸ ਕੀਤਾ ਹੋਇਆ ਸੀਗਾ, ਠੀਕ ਆ। ਤਾਂ ਸੂਤਰਾ ਦਾ ਮਤਲਬ ਹੈਗਾ ਥਰੈਡ ਜਾਂ ਸਟਰਿੰਗ। ਲਿਖੇ ਗਏ ਰਿਮੈਂਬਰੈਂਸ ਆਫ ਦਾ ਵੇਦਾਸ ਨੂੰ ਯਾਦ ਰੱਖਣ ਦੇ ਲਈ। ਤਿੰਨ ਮੇਨਲੀ ਸਰੋਤਾ, ਗ੍ਰਹਿ ਅਤੇ ਧਰਮ। ਇਸ ਤੋਂ ਇਲਾਵਾ ਹੋਰ ਵੀ ਕਈ ਆ ਜਾਂਦੇ, ਜਿਵੇਂ ਕਾਮਾ ਸੂਤਰਾ ਕਹਿ ਲਓ, ਨਿਆਏ ਸੂਤਰਾ ਕਹਿ ਲਓ, ਹੈ ਨਾ, ਜਾਂ ਅਰਥ ਸੂਤਰਾ, ਸ਼ਿਵ ਸੂਤਰਾ, ਮੋਕਸ਼ ਸੂਤਰਾ, ਹੈ ਨਾ, ਸਾਮਖਿਆ, ਵੈਸ਼ੇਸ਼ਿਕਾ, ਕਈ ਤਰੀਕੇ ਦੇ ਨੇ। ਬਟ ਯੋਗ ਇਹਨਾਂ ਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਆਪਾਂ, ਉਹਨਾਂ ਦੀ ਅੱਗੇ ਜਾ ਕੇ ਗੱਲ ਕਰਾਂਗੇ। ਹੁਣ ਨੈਕਸਟ ਜਿਹੜੀ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਲਿਖੀ ਗਈ ਉਹ ਸੀਗੀ ਉਪਵੇਦ, ਹੈ ਨਾ। ਜਿਵੇਂ ਇੱਕ ਨੋਰਮਲ ਹੁੰਦੇ ਨੇ ਇੱਕ ਵੇਦ, ਪ੍ਰੋਪਰ ਵੇਦ, ਹੁਣ ਉਹਦੀਆਂ ਬ੍ਰਾਂਚਸ ਜਿਵੇਂ ਕਹਿ ਲਓ ਉਪਵੇਦ, ਹੈ ਨਾ, ਉਹਦੀਆਂ ਬ੍ਰਾਂਚਸ ਹੋ ਗਈਆਂ, ਜਿਨ੍ਹਾਂ ਦੇ ਵਿੱਚ ਨੋਰਮਲੀ ਜਿਵੇਂ 4 ਵੇਦ ਸੀਗੇ, ਉਸੇ ਤਰੀਕੇ ਦੇ ਕੀ ਨੇ, 4 ਹੀ ਉਪਵੇਦ ਨੇ, ਹੈ ਨਾ। 4 ਵੇਦਾਸ ਨੇ, 4 ਹੀ ਉਪਵੇਦਾਸ ਨੇ। ਹੁਣ ਇਹ ਕਿਹੜੇ ਨੇ? ਆਯੁਰਵੇਦਾ ਕਿਹਦੇ ਨਾਲ ਰਿਲੇਟਡ ਸੀ? ਮੈਡੀਸਿਨਸ ਵਗੈਰਾ ਦੇ ਨਾਲ। ਜਿਵੇਂ ਆਪਾਂ ਅੱਜ ਵੀ ਦੇਖਦੇ ਹਾਂ ਆਯੁਰਵੈਦਿਕ ਚੀਜ਼ ਚਾਹੀਦੀ, ਆਯੁਰਵੈਦਿਕ ਡਾਕਟਰ ਹੁੰਦੇ ਨੇ, ਆਯੁਰਵੈਦਿਕ ਟਰੀਟਮੈਂਟ ਹੁੰਦਾ ਆ, ਉਹ ਸਾਰਾ ਕੁਛ ਇਸੇ ਆਯੁਰਵੈਦਿਕ ਉਪਵੇਦ ਦੇ ਅਕੋਰਡਿੰਗ ਚੱਲ ਰਿਹਾ ਆ। ਫਿਰ ਉਸ ਤੋਂ ਬਾਅਦ ਆਉਂਦਾ ਧਨੁਰਵੇਦਾ ਕੀ ਆ? ਯੁੱਧ ਕਲਾ ਨਾਲ ਰਿਲੇਟਡ ਆ, ਵਾਰਫੇਅਰ ਦੀ ਵੀ, ਯੁੱਧ ਕਿਵੇਂ ਲੜਨਾ ਆ, ਉਹਨਾਂ ਦੇ ਬਾਰੇ ਐਜੂਕੇਸ਼ਨ ਦੇਣ ਦੇ ਨਾਲ ਰਿਲੇਟਡ ਆ। ਉਸ ਤੋਂ ਬਾਅਦ 'ਚ ਆ ਜਾਂਦਾ ਗੰਧਰਵ ਵਿਵੇਦਾ ਕਿਹਦੇ ਨਾਲ ਰਿਲੇਟਡ ਆ? ਮਿਊਜ਼ਿਕ ਦੇ ਨਾਲ, ਮਿਊਜ਼ਿਕ ਦੀ ਸਿੱਖਿਆ ਮਿਲਦੀ ਆ ਇਹਦੇ ਵਿੱਚੋਂ। ਸ਼ਿਲਪ ਵੇਦਾ ਜਿਹੜਾ ਸ਼ਿਲਪ ਵੇਦਾ ਡੀਲ ਕਰਦਾ ਆ, ਜਿਵੇਂ ਕਹਿ ਲਓ ਆਰਕੀਟੈਕਚਰ ਦੇ ਨਾਲ, ਮਤਲਬ ਜਿਵੇਂ ਕਿ ਬਿਲਡਿੰਗਸ ਕਿਵੇਂ ਬਣਾਉਣੀਆਂ ਨੇ, ਕਿਸ ਤਰੀਕੇ ਦੀ ਕਲਾਕ੍ਰਿਤੀ ਹੋਊਗੀ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕੀ ਇਹਦੇ ਵਿੱਚੋਂ ਨੌਲੇਜ ਮਿਲਦੀ ਆ ਸਾਨੂੰ, ਠੀਕ ਆ। ਤਾਂ ਮਤਲਬ ਇਹ 4 ਵਿਸ਼ੇ ਨੇ, 4 ਉਪਵੇਦਾਸ ਨੇ, ਆਯੁਰਵੇਦਾ, ਧਨੁਰਵੇਦਾ, ਗੰਧਰਵ ਵੇਦਾ ਅਤੇ ਨੋਰਮਲੀ ਕੀ ਆ ਜਿਹੜਾ ਆਪਾਂ ਕਹਿ ਲਓ ਸ਼ਿਲਪ ਵੇਦਾ, ਠੀਕ ਆ। ਨੈਕਸਟ ਆਪਾਂ ਕਰਦੇ ਹਾਂ ਹੁਣ, ਨੈਕਸਟ ਆ ਜਾਂਦਾ ਧਰਮ
ਧਰਮ ਸ਼ਾਸਤਰਾ ਧਰਮ ਸ਼ਾਸਤਰਾ ਦੇ ਵਿੱਚ ਕੀ ਆਉਂਦਾ ਆ, ਧਰਮ ਸ਼ਾਸਤਰਾ ਕੀ ਨੇ, ਇਹ ਬੇਸਿਕਲੀ ਕੀ ਆ, ਇਹ ਕੰਬੀਨੇਸ਼ਨ ਆਫ ਸਮ੍ਰਿਤੀਜ਼ ਐਂਡ ਧਰਮ ਸੂਤਰਾਜ਼ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਈ ਤਰੀਕੇ ਦੇ ਆ ਦੇਖੋ ਇਹਦਾ ਹੀ ਪਾਰਟ ਆ। ਜਿਵੇਂ ਹੁਣ ਇੱਥੇ ਆਪਾਂ ਗੱਲ ਕੀਤੀ ਸੀਗੀ ਸਰੋਤ ਸੂਤਰਾ, ਗ੍ਰਹਿ ਸੂਤਰਾ ਅਤੇ ਧਰਮ ਸੂਤਰਾ ਹੈ ਨਾ। ਹੁਣ ਧਰਮ ਸੂਤਰਾ ਦੇ ਨਾਲ ਹੀ ਮਿਲਦੀ ਜੁਲਦੀ ਚੀਜ਼ ਆ ਜਾਂਦੀ ਆ ਧਰਮ ਸ਼ਾਸਤਰਾ। ਧਰਮ ਸ਼ਾਸਤਰਾ ਇਹਦੇ ਵਿੱਚ ਆਪਾਂ ਇਨਕਲੂਡ ਕਰਾਂਗੇ ਸਮ੍ਰਿਤੀਜ਼ ਨੂੰ ਅਤੇ ਧਰਮ ਸੂਤਰਾਜ਼ ਨੂੰ। ਧਰਮ ਸੂਤਰਾ ਆਪਾਂ ਪਿੱਛੇ ਪੜ੍ਹ ਲਿਆ ਅਤੇ ਸਮ੍ਰਿਤੀਜ਼ ਵੀ ਇਹਨਾਂ ਦੇ ਵਿੱਚ ਕੀ ਐਡ ਕੀਤੀਆਂ ਜਾਣਗੀਆਂ। ਬੇਸਿਕਲੀ ਕੀ ਹੁੰਦਾ ਸੀਗਾ, ਬੇਸਿਕਲੀ ਇਹਨਾਂ ਦੇ ਵਿੱਚ ਡਿਸਕ੍ਰਿਪਸ਼ਨ ਹੁੰਦਾ ਸੀਗਾ ਸਿਵਲ ਲਾਜ਼, ਕ੍ਰਿਮੀਨਲ ਲਾਜ਼, ਠੀਕ ਆ, ਉਹਨਾਂ ਦੀਆਂ ਪਨਿਸ਼ਮੈਂਟਸ ਜਾਂ ਜੋ ਕੁਛ ਵੀ ਚੀਜ਼ਾਂ ਮਤਲਬ ਕ੍ਰਾਈਮਸ, ਸਿਵਲ ਮੁਕੱਦਮੇ ਕਿਹੜੇ ਹੁੰਦੇ ਨੇ, ਲਾਜ਼ ਕਾਨੂੰਨ ਕਿਹੜੇ ਹੁੰਦੇ ਨੇ, ਅਪਰਾਧਿਕ ਕਾਨੂੰਨ ਕਿਹੜੇ ਹੁੰਦੇ ਨੇ, ਕਿਸ ਤਰੀਕੇ ਦੇ ਕੇਸਿਸ ਹੁੰਦੇ ਨੇ ਹੈ ਨਾ, ਕਿਸ ਤਰੀਕੇ ਦੀ ਉਹਨਾਂ ਲਈ ਪਨਿਸ਼ਮੈਂਟ ਦੇਣੀਆਂ ਨੇ, ਉਹਨਾਂ ਦੇ ਕਿਹੜੇ ਕਿਹੜੇ ਤਰੀਕੇ ਦੇ ਲਾਜ਼ ਬਣਾਏ ਹੁੰਦੇ ਨੇ। ਮਤਲਬ ਜਿਵੇਂ ਆਪਾਂ ਕਹਿ ਲਓ ਵੀ ਆਪਣਾ ਕੋਡ ਆਫ ਕੰਡਕਟ ਹੀ ਕਹਿ ਲਓ ਹੈ ਨਾ। ਕੋਡ ਆਫ ਕੰਡਕਟ ਮਤਲਬ ਅਸੀਂ ਕਿਸ ਤਰੀਕੇ ਨਾਲ ਬਿਹੇਵ ਕਰਨਾ ਆ, ਕਿਹੜੀਆਂ ਚੀਜ਼ਾਂ ਕਰਨੀਆਂ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ। ਜਿਵੇਂ ਆਪਾਂ ਨੋਰਮਲੀ ਕਹਿ ਲਓ ਵੀ ਅਸੀਂ ਇੱਕ ਸੁਸਾਇਟੀ 'ਚ ਰਹਿ ਰਹੇ ਹਾਂ, ਇੱਕ ਸੁਸਾਇਟੀ 'ਚ ਰਹਿਣ ਦੇ ਅਕੋਰਡਿੰਗ ਸਾਨੂੰ ਕਿਹਾ ਜਾਂਦਾ ਆ ਕਿ ਸਾਨੂੰ ਆਹ ਚੀਜ਼ ਕਰਨੀ ਚਾਹੀਦੀ ਆ, ਆਹ ਚੀਜ਼ ਨਹੀਂ ਕਰਨੀ ਚਾਹੀਦੀ ਹੈ ਨਾ। ਤਾਂ ਇਸੇ ਤਰੀਕੇ ਨਾਲ ਉੱਥੇ ਵੀ ਇਹ ਚੀਜ਼ਾਂ ਦਾ ਮੈਂਸ਼ਨ ਕੀਤਾ ਹੋਇਆ ਸੀਗਾ ਵੀ ਕਿਹੜੀ ਚੀਜ਼ ਕਰ ਸਕਦੇ ਹੋ, ਕਿਹੜੀ ਚੀਜ਼ ਨਹੀਂ ਕਰ ਸਕਦੇ, ਅਤੇ ਜੇ ਕਰੋਗੇ ਤਾਂ ਉਹਦੇ ਲਈ ਕੀ ਪਨਿਸ਼ਮੈਂਟ ਨੇ, ਅਤੇ ਉਹਨਾਂ ਤੋਂ ਰੋਕਣ ਦੇ ਲਈ ਕਿਹੜੇ ਕਿਹੜੇ ਲਾਜ਼ ਨੇ ਜਿਹੜੇ ਉਹ ਬਣੇ ਹੋਏ ਨੇ। ਠੀਕ ਆ, ਤਾਂ ਮੈਥਿਕਲੀ ਕੋਡ ਆਫ ਕੰਡਕਟ ਦੇ ਨਾਲ ਰਿਲੇਟਡ ਆ ਇਹ। ਹੁਣ ਇਹਨਾਂ 'ਚੋਂ ਇੰਪੋਰਟੈਂਟ ਜਿਹੜੀਆਂ ਨੇ ਮਨੂ ਸਮ੍ਰਿਤੀ, ਯਾਗਵਲਕਿਆ ਸਮ੍ਰਿਤੀ, ਵਿਸ਼ਨੂੰ ਸਮ੍ਰਿਤੀ ਹੈ ਨਾ। ਮਤਲਬ ਇਹ ਅਸੀਂ ਬੇਸਿਕਲੀ ਕਿ ਜਿਵੇਂ ਅੱਜ ਕੱਲ੍ਹ ਇੰਡੀਅਨ ਪੀਨਲ ਕੋਡ ਆ ਨਾ, ਇੰਡੀਅਨ IPC, ਇੰਡੀਅਨ ਪੀਨਲ ਕੋਡ ਆ ਹੈ ਨਾ, ਅਤੇ ਇਹਨਾਂ ਦਾ ਮੇਨਲੀ ਕੰਮ ਕੀ ਹੁੰਦਾ ਆ, ਲਾਜ਼ ਵਗੈਰਾ ਦੱਸੇ ਹੁੰਦੇ ਨੇ। ਉਸੇ ਤਰੀਕੇ ਦੇ ਕਿ ਇੱਕ ਉਹ ਉਹਨਾਂ ਦੇ ਜਿਵੇਂ ਅੱਜ ਸਾਡੇ IPC ਆ, ਉਸੇ ਤਰੀਕੇ ਦੀਆਂ ਹੁੰਦੀਆਂ ਸੀਗੀਆਂ। ਠੀਕ ਆ, ਤਾਂ ਮਨੂ ਸਮ੍ਰਿਤੀ ਸਭ ਤੋਂ ਲਾਸਟ ਆ, ਸਭ ਤੋਂ ਪੁਰਾਣੀ ਆ, ਸਭ ਤੋਂ ਓਲਡੈਸਟ ਆ ਹੈ ਨਾ। ਅਤੇ ਮਨੂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਕਾਨੂੰਨ ਨਿਰਮਾਤਾ ਕੌਣ ਸੀਗਾ, ਮਨੂ ਸੀਗਾ। ਇਹਦੇ ਬਾਰੇ ਵੀ ਇੱਕ ਸਟੋਰੀ ਆ ਵੈਦਿਕ ਪੀਰੀਅਡ ਦੇ ਅੰਡਰ। ਇਹ ਕਿਹਾ ਜਾਂਦਾ ਆ ਕਿ ਨਾ ਪਹਿਲਾਂ ਲੋਕ ਰਹਿੰਦੇ ਸੀਗੇ, ਜਿਹੜੇ ਆਮ ਜਨਤਾ ਰਹਿੰਦੀ ਸੀਗੀ, ਪਰ ਉਹ ਪਰੇਸ਼ਾਨ ਸੀਗੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਕਿਸੇ ਤਰੀਕੇ ਦੀ ਕੋਈ ਸਿਕਿਉਰਿਟੀ ਨਹੀਂ ਸੀਗੀ। ਇਸ ਕਰਕੇ ਇਹ ਜਿਹੜੇ ਲੋਕ ਨੇ, ਇਹ ਲੋਕ ਜਾਂਦੇ ਨੇ ਬ੍ਰਹਮਾ ਦੇ ਕੋਲੇ ਹੈ ਨਾ, ਕਿਉਂਕਿ ਇਹ ਲੋਕ ਬ੍ਰਹਮਾ ਨੂੰ ਸਭ ਤੋਂ ਜ਼ਿਆਦਾ ਮੰਨਦੇ ਸੀਗੇ। ਬ੍ਰਹਮਾ ਨੂੰ ਸਭ ਤੋਂ ਪਹਿਲੇ ਨੰਬਰ ਦਾ ਇਹਨਾਂ ਦਾ ਆ ਜਾਂਦਾ ਹੈ। ਜਦੋਂ ਪੋਸਟ ਵੈਦਿਕ ਪੀਰੀਅਡ ਦੀ ਗੱਲ ਹੁੰਦੀ ਹੈ ਉੱਥੇ ਬ੍ਰਹਮਾ ਇਹਨਾਂ ਦਾ ਮੇਨ ਗੋਡ ਬਣ ਜਾਂਦਾ ਹੈ। ਤਾਂ ਇਹ ਲੋਕ ਜਾਂਦੇ ਨੇ ਮਤਲਬ ਬ੍ਰਹਮਾ ਦੇ ਕੋਲੇ, ਅਤੇ ਬ੍ਰਹਮਾ ਨੂੰ ਜਾ ਕੇ ਕਹਿੰਦੇ ਨੇ ਕਿ ਜੀ ਸਾਡੇ ਇੱਥੇ ਬਹੁਤ ਪ੍ਰੋਬਲਮ ਆ, ਸਾਨੂੰ ਕੋਈ ਹੱਲ ਕਰਕੇ ਦਿਓ। ਠੀਕ ਆ, ਤਾਂ ਦੈਨ ਬ੍ਰਹਮਾ ਕੀ ਕਰਦਾ, ਬ੍ਰਹਮਾ ਭੇਜਦਾ ਆ ਇੱਥੇ ਰਾਜ ਕਰਨ ਦੇ ਲਈ ਮਨੂ ਨੂੰ ਹੈ ਨਾ। ਤਾਂ ਮਨੂ ਨੂੰ ਲੋਕੀ ਰਾਜਾ ਕੀ ਆ ਆਪਣਾ ਸਵੀਕਾਰ ਕਰ ਲੈਂਦੇ ਨੇ, ਅਤੇ ਮਨੂ ਫਿਰ ਇੱਥੇ ਆ ਕੇ ਕੀ ਬਣਾਉਂਦਾ ਆ, ਲਾਜ਼ ਬਣਾਉਂਦਾ ਆ। ਅਤੇ ਉਹਨਾਂ ਲਾਜ਼ ਦੇ ਅਕੋਰਡਿੰਗ ਕੀ ਆ, ਸਾਰਿਆਂ ਨੂੰ ਕਿਹਾ ਜਾਂਦਾ ਵੀ ਸਾਰੇ ਜਣੇ ਆਪੋ ਆਪਣਾ ਬਿਹੇਵ ਕਰਨ, ਅਦਰਵਾਈਜ਼ ਕੀ ਆ ਮਨੂ ਸਜ਼ਾ ਦਊਗਾ ਸਾਰਿਆਂ ਨੂੰ। ਅਤੇ ਫਿਰ ਇਸੇ ਤਰੀਕੇ ਦੇ ਨਾਲ ਹੀ ਮੰਨਿਆ ਜਾਂਦਾ ਕਿ ਸਦੀਆਂ ਤੱਕ ਫਿਰ ਇਹੀ ਮਨੂ ਸਮ੍ਰਿਤੀ ਆ ਜਿਹੜੀ ਇਹੀ ਕੀ ਆ ਐਜ਼ ਆ ਮੇਨਲੀ ਕੋਡ ਆਫ ਕੰਡਕਟ ਜਾਂ IPC, ਜਿਵੇਂ ਸਾਡੇ IPC ਆ ਉਸੇ ਤਰੀਕੇ ਨਾਲ ਬਿਹੇਵ ਕਰਦੇ, ਉਸੇ ਤਰੀਕੇ ਨਾਲ ਚੱਲਦੀ ਰਹੀ ਹੈ ਨਾ। ਤਾਂ ਮਨੂ ਸਮ੍ਰਿਤੀ ਦੇ ਵਿੱਚ ਹੀ ਆ ਜਾਂਦਾ ਜਿਵੇਂ ਕਾਸਟ ਸਿਸਟਮ ਆ ਨਾ। ਕਾਸਟ ਸਿਸਟਮ ਦੇ ਬਾਰੇ ਮਨੂ ਸਮ੍ਰਿਤੀ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਦੇਖਿਆ ਜਾਂਦਾ ਆ ਕਿ ਜਿਹੜੇ ਸ਼ੂਦਰਾਜ਼ ਨੇ ਉਹਨਾਂ ਨੂੰ ਕੀ ਆ ਆਮ ਉਹਨਾਂ ਦੇ ਖੂਹ ਅਲੱਗ ਹੋਣਗੇ, ਉਹਨਾਂ ਨੂੰ ਪਿੰਡਾਂ 'ਚ ਨਹੀਂ ਰਹਿਣ ਦੇਣਾ, ਉਹਨਾਂ ਨੂੰ ਬਾਹਰ ਰਹਿਣ ਦਊਗਾ। ਉਹ ਵੇਦ ਨਹੀਂ ਪੜ੍ਹ ਸਕਦੇ, ਜੇ ਉਹ ਵੇਦ ਪੜ੍ਹਨਗੇ ਤਾਂ ਉਹਨਾਂ ਦੀਆਂ ਅੱਖਾਂ ਕਢਾ ਲਓ, ਉਹਨਾਂ ਦੇ ਕੰਨਾਂ ਦੇ ਵਿੱਚ ਸ਼ੀਸ਼ਾ ਪਿਘਲਾ ਦਿਓ ਹੈ ਨਾ। ਜੇ ਤਾਂ ਕੋਈ ਬ੍ਰਾਹਮਣ ਆ ਤਾਂ ਬ੍ਰਾਹਮਣ ਨੂੰ ਮਾਰਨਾ ਨਹੀਂ ਹੈਗਾ। ਠੀਕ ਆ, ਤਾਂ ਪਰ ਜੇ ਕੋਈ ਆਮ ਸ਼ੂਦਰ ਦੇ ਵਿੱਚੋਂ ਜਾਂ ਦਲਿਤ ਵਰਗ ਦੇ ਵਿੱਚੋਂ ਜਿਹੜਾ ਕਹਿ ਲਓ ਵੀ ਵੇਦ ਪੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਮਾਰ ਦਿਓ। ਤਾਂ ਮਤਲਬ ਅਜਿਹੀਆਂ ਕੁਛ ਕੁ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਅੱਜ ਵੀ ਇਹਦੇ ਅਗੇਂਸਟ ਪ੍ਰੋਟੈਸਟ ਚੱਲਦੇ ਰਹਿੰਦੇ ਨੇ ਵੀ ਮਨੂ ਸਮ੍ਰਿਤੀ ਦੇ ਅਕੋਰਡਿੰਗ ਸਾਡੀ ਜਿਹੜੀ ਸਰਕਾਰ ਆ, ਮੌਜੂਦਾ ਸਰਕਾਰ ਆ, ਉਹ ਬਿਹੇਵ ਕਰ ਰਹੀ ਆ। ਆਪਾਂ ਨਾਮ ਨਹੀਂ ਲਵਾਂਗੇ, ਤੁਸੀਂ ਸਾਰੇ ਸਿਆਣੇ ਹੋ। ਅਤੇ ਇਹ ਸੀਗਾ ਜੀ ਸਮ੍ਰਿਤੀ ਅਤੇ ਧਰਮ ਸ਼ਾਸਤਰ, ਜਿਨ੍ਹਾਂ ਦੇ ਅਕੋਰਡਿੰਗ ਦੱਸਿਆ ਜਾਂਦਾ ਆ ਵੀ ਸਿਵਲ ਲਾਜ਼, ਕ੍ਰਿਮੀਨਲ ਲਾਜ਼ ਜਾਂ ਸਿਵਲ ਕ੍ਰਾਈਮਸ ਜਾਂ ਕ੍ਰਿਮੀਨਲ ਕ੍ਰਾਈਮਸ ਕਿਹੜੇ ਨੇ, ਪਨਿਸ਼ਮੈਂਟ ਕਿਹੜੀਆਂ ਨੇ, ਲਾਜ਼ ਵਗੈਰਾ ਸਾਰਾ ਕੁਛ। ਠੀਕ ਆ, ਉਸ ਤੋਂ ਬਾਅਦ ਆ ਜਾਂਦਾ ਪੁਰਾਣਸ ਕਿੰਨੇ ਨੇ ਜੀ ਗਿਣਤੀ ਦੇ ਵਿੱਚ 18 ਕੁਐਸਚਨ ਬਣ ਸਕਦਾ ਆ। 18 ਇੱਥੇ ਕੁਐਸਚਨ ਇਹ ਬਣਦਾ ਸੀਗਾ ਵੀ ਸਭ ਤੋਂ ਓਲਡੈਸਟ ਸਮ੍ਰਿਤੀ ਕਿਹੜੀ ਆ, ਤਾਂ ਮਨੂ ਸਮ੍ਰਿਤੀ ਆ। ਦੁਨੀਆ ਦਾ ਸਭ ਤੋਂ ਪਹਿਲਾ ਕਾਨੂੰਨ ਨਿਰਮਾਤਾ, ਲਾਅ ਮੇਕਰ ਕਿਹਨੂੰ ਕਿਹਾ ਜਾਂਦਾ ਆ, ਤਾਂ ਦੈਨ ਉਹ ਮਨੂ ਨੂੰ ਕਿਹਾ ਜਾਂਦਾ ਆ। ਠੀਕ ਆ, ਤਾਂ ਇਹ ਕੁਐਸਚਨ ਯਾਦ ਰੱਖਿਓ ਹਮੇਸ਼ਾ। ਹੁਣ ਪੁਰਾਣਸ ਦੇ ਵਿੱਚ ਇਹ ਦੱਸਿਆ ਗਿਆ, ਪੁਰਾਣ ਹੈਗੇ ਨੇ 18, ਜਿਨ੍ਹਾਂ 'ਚੋਂ ਮੇਨਲੀ ਆ ਜਾਂਦੇ ਵਿਸ਼ਨੂੰ, ਭਗਵਤ, ਵਾਯੂ, ਬ੍ਰਹਮਾ, ਮਤਸਿਆ,
ठीक आ। ये मेन ने, ਇਹਨਾਂ ਨੂੰ 5th ਵੇਦਾ ਮੰਨਿਆ ਜਾਂਦਾ ਆ। ਇਹ ਬੇਸਿਕਲੀ ਲਿਖੇ ਗਏ ਸੀਗੇ ਵਰਸ਼ਿਪ ਆਫ ਗੋਡਸ, ਪਰਮਾਤਮਾ ਦੇ ਜਿਹੜਾ ਕਹਿ ਲਓ ਕੀ ਕਹਿੰਦੇ ਹੁੰਦੇ ਨੇ, ਪਰਮਾਤਮਾ ਦੇ ਲਈ ਹੀ ਪ੍ਰੋਪਰਲੀ ਲਿਖੇ ਗਏ ਸੀਗੇ, ਪਰਮਾਤਮਾ ਦੇ ਅਕੋਰਡਿੰਗ ਹੀ ਲਿਖੇ ਗਏ ਸੀਗੇ, ਜਾਂ ਪਰਮਾਤਮਾ ਦੀ ਇਹਨਾਂ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ ਇਹਨਾਂ ਨੂੰ ਖੁਸ਼ ਕਰਨ ਦੇ ਲਈ ਲਿਖੇ ਗਏ ਸੀ। ਬੇਸਿਕਲੀ ਪੁਰਾਣ ਇਹ ਮੰਨਿਆ ਜਾਂਦਾ ਆ ਕਿ ਇਹਨਾਂ ਦੀ ਕੰਪਾਈਲੇਸ਼ਨ ਆ ਜਿਹੜੀ ਨਾ ਉਹ ਗੁਪਤਾ ਪੀਰੀਅਡ 'ਚ ਹੋਈ ਆ, ਮਤਲਬ ਬਹੁਤ ਬਾਅਦ ਦੇ ਵਿੱਚ ਹੋਈ ਆ ਬੇਸਿਕਲੀ ਤਾਂ, ਪਰ ਆਪਾਂ ਇਹਨੂੰ ਲੈਟਰ ਵੈਦਿਕ ਲਿਟਰੇਚਰ 'ਚ ਮੰਨਦੇ ਹਾਂ, ਤਾਂ ਇਸ ਕਰਕੇ ਇੱਥੇ ਆਪਾਂ ਇਹਨੂੰ ਡਿਸਕਸ ਕਰ ਰਹੇ ਹਾਂ। ਤਾਂ ਗੁਪਤਾ ਪੀਰੀਅਡ ਦੇ ਵਿੱਚ ਮੰਨਿਆ ਜਾਂਦਾ ਵੀ ਇਹਦੀ ਕੰਪਾਈਲੇਸ਼ਨ ਹੋਈ ਸੀਗੀ, ਠੀਕ ਆ। ਤਾਂ ਇਹਨਾਂ ਨੂੰ ਬੇਸਿਕਲੀ ਮੰਨਿਆ ਜਾਂਦਾ ਆ 5th ਵੇਦਾ ਮੰਨਿਆ ਜਾਂਦਾ ਆ। ਤਾਂ ਇਹਦੇ ਵਿੱਚ ਦੱਸਿਆ ਗਿਆ ਆ ਕਿ ਜਿਹੜਾ ਵਰਲਡ ਕਿਵੇਂ ਬਣਿਆ, ਠੀਕ ਆ। ਇਹਦੇ ਵਿੱਚ ਰੀਪਰੋਡਕਸ਼ਨ ਕਿਵੇਂ ਹੋ ਰਹੀ ਆ, ਦੇਵੀ ਦੇਵਤੇ ਨੇ ਜਿਹੜੇ ਗੋਡਸ ਨੇ ਜਿਹੜੇ ਉਹਨਾਂ ਦਾ ਕਿਹੜੀ ਡਾਇਨੈਸਟੀ ਸੀਗੀ, ਹੈ ਨਾ। ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜੇ ਵੀ ਯੱਗ ਵਗੈਰਾ ਹੁੰਦੇ ਨੇ, ਹੈ ਨਾ, ਉਹ ਕਿਸ ਤਰੀਕੇ ਦੇ ਨਾਲ ਹੁੰਦੇ ਨੇ, ਕਿਸ ਤਰੀਕੇ ਨਾਲ ਕਰਨੇ ਚਾਹੀਦੇ ਨੇ, ਰਾਜਵੰਸ਼ਾਂ ਦੇ ਬਾਰੇ ਸਾਰਾ ਕੁਛ ਕੀ ਆ ਇਹਨਾਂ ਦੇ ਵਿੱਚ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ, ਠੀਕ ਆ। ਤਾਂ ਬੇਸਿਕਲੀ ਇਹ 'ਚ ਜਿਹੜੀ ਯਾਦ ਕਰਨ ਵਾਲੀ ਗੱਲ ਉਹ ਹੈਗੀ ਆ 18 ਸੀਗੇ ਟੋਟਲ। 5th ਵੇਦਾ ਕਿਹਨੂੰ ਮੰਨਿਆ ਜਾਂਦਾ, ਤਾਂ ਪੁਰਾਣ ਨੂੰ ਮੰਨਿਆ ਜਾਂਦਾ, ਠੀਕ ਆ। ਨੈਕਸਟ ਜਿਹੜਾ ਆ ਜਾਂਦਾ ਆ 6 ਸ਼ਾਸਤਰਾਸ ਆਫ ਫਿਲੋਸਫੀ। ਹੁਣ 6 ਸ਼ਾਸਤਰਾਸ ਆਫ ਫਿਲੋਸਫੀ ਕੀ ਆ? ਫਿਲੋਸਫੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ, ਫਿਲੋਸਫੀ 'ਚ ਬੇਸਿਕਲੀ ਕੀ ਆ, ਜਿਹੜੇ ਫਿਲੋਸਫਰਸ ਹੁੰਦੇ ਨੇ ਉਹਨਾਂ ਦਿਮਾਗ 'ਚ ਕੁਛ ਕੁਐਸਚਨ ਹੁੰਦੇ ਨੇ, ਉਹਨਾਂ ਕੁਐਸਚਨਸ ਦਾ ਹੱਲ ਇਹ ਕੱਢਦੇ ਨੇ ਆਪਣਾ ਮਾਈਂਡ ਅਪਲਾਈ ਕਰਕੇ, ਆਪਣੇ ਰੀਜ਼ਨ ਦੇ ਨਾਲ, ਮਤਲਬ ਤਰਕ ਦੇ ਨਾਲ ਇਹ ਆਪਣਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਜਿਵੇਂ ਆਤਮਾ ਕੀ ਆ, ਪਰਮਾਤਮਾ ਕੀ ਆ, ਸੰਸਾਰ ਦੇ ਵਿੱਚ ਕਿਉਂ ਆਏ ਆ, ਸੰਸਾਰ 'ਚ ਰੱਬ ਦਾ ਨਾਮ ਕਿਉਂ ਲੈਣਾ ਚਾਹੀਦਾ ਆ, ਸੰਸਾਰ ਦੇ ਵਿੱਚ ਸਾਨੂੰ ਰੱਬ ਨੇ ਕਿਉਂ ਭੇਜਿਆ ਆ, ਸਾਰੀਆਂ ਚੀਜ਼ਾਂ ਕੀ ਇਹਨਾਂ ਨੇ ਦੱਸੀਆਂ ਨੇ। ਇਹ ਬੇਸਿਕਲੀ ਫਿਲੋਸਫੀ ਦੇ ਟੌਪਿਕ ਨੇ, ਠੀਕ ਆ। ਬਟ ਆਪਾਂ ਇੱਥੇ ਬਰੀਫਲੀ ਟੱਚ ਕਰਾਂਗੇ ਇਹਨੂੰ। ਇਹ ਕਿੰਨੇ ਨੇ? ਟੋਟਲੀ 6 ਨੇ ਗਿਣਤੀ ਦੇ ਵਿੱਚ। ਹੁਣ ਇਹ ਪੁੱਛ ਲਿਆ ਜਾਂਦਾ ਹੈ ਵੀ ਕਿਹੜੇ ਨੇ, ਕਿੰਨੇ ਨੇ, ਇੱਕ ਇਹ ਪੁੱਛ ਲਿਆ ਜਾਂਦਾ ਆ। ਉਸ ਤੋਂ ਬਾਅਦ ਦੇ ਵਿੱਚ ਇਹ ਪੁੱਛ ਲਿਆ ਜਾਂਦਾ, ਇਹਨਾਂ ਦਾ ਮੈਚ ਕਰਨ ਨੂੰ ਆ ਜਾਂਦਾ ਹੁੰਦਾ ਵੀ ਕਿਹੜਾ ਕਿਹਦੇ ਨਾਲ ਰਿਲੇਟਡ ਆ, ਠੀਕ ਆ। ਤਾਂ ਧਿਆਨ ਨਾਲ ਯਾਦ ਰੱਖਿਓ। ਜਿਵੇਂ ਆਪਾਂ ਕਹਿ ਲਓ ਸਮਖਿਆ ਜਾਂ ਸੰਖਿਆ ਵੀ ਕਹਿ ਦਿੱਤਾ ਜਾਂਦਾ। ਇਹ ਕਪਿਲਾ ਦੇ ਵੱਲੋਂ ਲਿਖਿਆ ਗਿਆ, ਨਿਆਏ ਗੌਤਮ ਦੇ ਵੱਲੋਂ ਲਿਖਿਆ ਗਿਆ। ਵਿਸ਼ੇਸ਼ਕਾ ਆ ਜਿਹੜਾ ਇਹ ਕੁਨਾਦ ਜਾਂ ਕਨਾਦ ਕਹਿ ਦਿੰਦੇ ਨੇ, ਉਹਦੇ ਵੱਲੋਂ ਲਿਖਿਆ ਗਿਆ। ਮੀਮਾਂਸਾ ਆ ਜਿਹੜਾ ਇਹ ਜੈਮਿਨੀ ਵੱਲੋਂ ਲਿਖਿਆ ਗਿਆ। ਯੋਗ ਪਤੰਜਲੀ ਇਹ ਸੌਖਾ ਹੈ ਸਾਰਿਆਂ ਨਾਲੋਂ। ਅਤੇ ਉੱਤਰ ਮੀਮਾਂਸਾ ਜਿਹੜਾ ਇਹ ਵਿਆਸ ਦੇ ਵੱਲੋਂ ਲਿਖਿਆ ਗਿਆ, ਠੀਕ ਆ। ਤਾਂ ਇਹਨਾਂ ਨੂੰ ਯਾਦ ਕਰਨਾ ਥੋੜ੍ਹਾ ਕੁ ਜਿਹਾ ਔਖਾ ਆ, ਬਟ ਕਰਨਾ ਪੈਣਾ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਤੋਂ, ਠੀਕ ਆ। ਤਾਂ ਜਿਹੜੇ 'ਚੋਂ ਇੰਪੋਰਟੈਂਟ ਆਪਾਂ ਕਹਿ ਲਓ ਵੀ ਆਹ ਬਹੁਤ ਇੰਪੋਰਟੈਂਟ ਆ, ਮੀਮਾਂਸਾ ਬਹੁਤ ਇੰਪੋਰਟੈਂਟ ਆ, ਅਤੇ ਨਿਆਇਆ ਵੀ ਇੰਪੋਰਟੈਂਟ ਆ ਵੈਸੇ ਤਾਂ, ਵਿਸ਼ੇਸ਼ਕਾ ਵੀ ਕਾਫੀ ਇੰਪੋਰਟੈਂਟ ਆ, ਠੀਕ ਆ। ਅਤੇ ਜੇ ਵੈਸੇ ਇਹ ਮਤਲਬ ਤੁਹਾਨੂੰ ਜਿੰਨੀ ਜ਼ਿਆਦਾ ਤੁਸੀਂ ਕਰ ਲਓ ਉਨਾ ਬੈਟਰ ਆ ਤੁਹਾਡੇ ਲਈ। 6 ਜਿਹੜੇ ਸਕੂਲਸ ਆਫ ਫਿਲੋਸਫੀ ਨੇ ਇਹ ਤੁਹਾਨੂੰ ਕਰ ਲੈਣੇ ਚਾਹੀਦੇ ਨੇ। ਜਿਵੇਂ ਸਮਖਿਆ, ਜਸਟ ਇਹਨਾਂ ਦੇ ਨਾਮ ਯਾਦ ਰੱਖੋ। ਸਮਖਿਆ ਕਪਿਲਾ ਨੇ ਦਿੱਤਾ, ਠੀਕ ਆ। ਨਿਆਇਆ ਗੌਤਮ ਨੇ ਦਿੱਤਾ। ਵਿਸ਼ੇਸ਼ਕਾ ਕਨਾਦ, ਮੀਮਾਂਸਾ ਜੈਮਿਨੀ, ਯੋਗ ਪਤੰਜਲੀ, ਅਤੇ ਉੱਤਰ ਮੀਮਾਂਸਾ ਜਿਹੜਾ ਵਿਆਸ ਨੇ ਦਿੱਤਾ, ਠੀਕ ਆ ਜੀ। ਹਾਂ, ਤਾਂ ਨੈਕਸਟ ਆ ਜਾਂਦਾ ਐਪਿਕਸ ਮਤਲਬ ਮਹਾਂਗ੍ਰੰਥ ਜਿਹੜੇ ਲਿਖੇ ਗਏ ਨੇ, ਠੀਕ ਆ। ਜਿਨ੍ਹਾਂ ਦੇ ਵਿੱਚ ਅਸੀਂ ਮਹਾਂਕਾਵ ਕਹਿ ਦਿੰਦੇ ਹਾਂ, ਪ੍ਰੋਪਰ ਸੁਰ ਤਾਲ ਲੈ ਦੇ ਵਿੱਚ ਲਿਖੇ ਗਏ। ਤਾਂ ਸਭ ਤੋਂ ਪਹਿਲਾਂ ਆ ਜਾਂਦਾ ਰਮਾਇਣਾ ਓਬਵੀਅਸਲੀ ਕਿਹਨੇ ਲਿਖਿਆ ਸੀਗਾ? ਮਹਾਰਿਸ਼ੀ ਵਾਲਮੀਕੀ ਜੀ ਨੇ ਲਿਖਿਆ ਸੀਗਾ। ਹੁਣ ਇਹਦੇ ਵਿੱਚ ਇਹ ਪੁੱਛ ਲਿਆ ਜਾਂਦਾ, ਇੱਕ ਤਾਂ ਇਹ ਪੁੱਛ ਲਿਆ ਜਾਂਦਾ ਆ, ਠੀਕ ਆ, ਵੀ ਰਮਾਇਣ ਕਿਹਨੇ ਲਿਖਿਆ? ਤਾਂ ਮਹਾਰਿਸ਼ੀ ਵਾਲਮੀਕੀ ਨੇ ਲਿਖਿਆ। ਕਿੰਨੇ ਸ਼ਲੋਕ ਹੁੰਦੇ ਸੀਗੇ ਇਹਦੇ ਵਿੱਚ? ਕਿੰਨੇ ਸ਼ਲੋਕ ਨੇ ਇਹਦੇ ਵਿੱਚ? ਤਾਂ 24,000 ਨੇ, ਠੀਕ ਆ। ਰਮਾਇਣ ਤੋਂ ਇਲਾਵਾ ਹੋਰ ਜਿਹੜੀ ਇੰਪੋਰਟੈਂਟ ਚੀਜ਼, ਇਹ ਤਾਂ 2 ਹੈ ਹੀ ਹੈ ਜਿਹੜੇ ਟੌਪਿਕ ਸਭ ਤੋਂ ਇੰਪੋਰਟੈਂਟ ਪੁੱਛੇ ਜਾਂਦੇ। 24,000 ਸ਼ਲੋਕ ਨੇ ਮਹਾਰਿਸ਼ੀ ਵਾਲਮੀਕੀ ਨੇ ਲਿਖਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਅਗਲੀ ਚੀਜ਼ ਜਿਹੜੀ ਆਉਂਦੀ ਆ ਵੀ ਇਹਨਾਂ ਦਾ 3 ਨਾਮ ਵੀ ਅਕਸਰ ਆ ਜਾਂਦੇ ਹੁੰਦੇ ਨੇ ਵੀ ਆਹ ਕੀ ਆ। ਤਾਂ ਰਮਾਇਣਾ ਜਿਹੜਾ ਮਹਾਰਿਸ਼ੀ ਵਾਲਮੀਕੀ ਨੇ ਦਿੱਤੇ ਸੀਗੇ, ਜਿਵੇਂ ਰਾਮਾ ਪਲੱਸ ਆਇਨਾ ਮਤਲਬ ਕੀ ਆ? ਮੂਵਮੈਂਟ ਆਫ ਰਾਮਾ ਜਾਂ ਮੂਵਮੈਂਟ, ਹੈ ਨਾ। ਤਾਂ ਮੂਵਮੈਂਟ ਆਫ ਰਾਮਾ ਵੀ ਰਾਮ ਨੇ ਕੀ ਕੀਤਾ ਉਹਦੇ ਬਾਰੇ ਚੀਜ਼ਾਂ ਆ ਜਾਂਦੀਆਂ ਨੇ, ਠੀਕ ਆ। ਉਸ ਤੋਂ ਬਾਅਦ 'ਚ ਆ ਜਾਂਦਾ ਆ ਸੀਤਾਯਸ ਚਰਿਤਮ ਮਹੰਤ ਮਤਲਬ ਇਹਦੇ ਵਿੱਚ ਕੀ ਆ? ਗ੍ਰੇਟ ਸਟੋਰੀ ਆਫ ਸੀਤਾ, ਹਰ ਕਰੈਕਟਰ, ਹਰ ਸੋਲ, ਹਰ ਸਟੋਰੀ ਆਫ ਇੰਟਾਇਰ ਰੀਜ਼ਨ ਵਾਈ
ਦਾ ਸਟੋਰੀ ਹੈਪਨ, ਮਤਲਬ ਇਹ ਸਾਰੀਆਂ ਚੀਜ਼ਾਂ ਜਦੋਂ ਕਿ ਰਾਮਾਇਣ ਸਾਰਾ ਕੁਛ ਹੋ ਜਾਂਦਾ ਆ ਅਤੇ ਬਾਅਦ ਵਿੱਚ ਵਾਲਮੀਕੀ ਜੀ ਦੇ ਆਸ਼ਰਮ ਦੇ ਵਿੱਚ ਰਹਿੰਦੇ ਨੇ ਸੀਤਾ ਜੀ ਆਪਣੇ ਬੱਚਿਆਂ ਦੇ ਨਾਲ, ਉਦੋਂ ਦੇ ਮਤਲਬ ਉਸ ਅਕੋਰਡਿੰਗ ਮੰਨ ਲਓ ਵੀ ਉਹ ਇੱਕ ਇਹ ਟਾਈਟਲ ਹੋ ਸਕਦਾ ਆ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਆ ਪੌਲਸਾਤਿਆ ਵੱਧ, ਪੌਲਸਾਥਿਆ ਵੱਧ ਮਤਲਬ ਤੀਸਰਾ ਟਾਈਟਲ ਇਹਦਾ ਇਹ ਹੋ ਸਕਦਾ ਆ ਪੌਲਸਾਥਿਆ ਵੱਧ, ਮਤਲਬ ਜਿਹੜਾ ਕੀ ਆ ਆਪਾਂ ਕਹਿ ਲਓ ਵੀ ਜਿਹੜਾ ਰਾਵਣ ਬੇਸਿਕਲੀ ਇਸ ਵੰਸ਼ ਨਾਲ ਸੰਬੰਧਿਤ ਸੀਗਾ ਅਤੇ ਉਹਦੀ ਸਾਰੀ ਇੰਟਾਇਰ ਫੈਮਿਲੀ ਨੂੰ ਕੀ ਆ ਮਾਰਿਆ ਜਾਂਦਾ, ਵੱਧ ਕੀਤਾ ਜਾਂਦਾ ਹੈ, ਤਾਂ ਉਹ ਰਿਲੇਟਡ ਮਤਲਬ ਇਹਦੇ ਕੀ ਆ 3 ਟਾਈਟਲ ਹੋ ਸਕਦੇ ਨੇ। ਵੈਸੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਜਸਟ ਫॉर योर ਇਨਫੋਰਮੇਸ਼ਨ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ, ਠੀਕ ਆ। ਬਟ ਈਜ਼ੀਲੀ ਆ ਵੀ ਯਾਦ ਰਹਿ ਸਕਦਾ ਤੁਹਾਨੂੰ, ਆ ਵੀ ਯਾਦ ਰਹਿ ਸਕਦਾ ਆ, ਇਹਦਾ ਥੋੜ੍ਹਾ ਔਖਾ ਆ, ਬਟ ਇਸ ਕਰਕੇ ਤੁਹਾਨੂੰ ਯਾਦ ਰਹੂਗਾ ਹੁਣ ਤਾਂ ਕਿਉਂਕਿ ਤੁਸੀਂ ਦੇਖ ਹੀ ਲਿਆ। ਅਤੇ ਇਹਦੇ ਸਿੰਪਲੀ ਚੀਜ਼ਾਂ ਇਹ ਯਾਦ ਰੱਖੋ, ਮਹਾਰਿਸ਼ੀ ਵਾਲਮੀਕ ਤੇ ਸ਼ਲੋਕ ਕਿੰਨੇ ਸੀ 24,000, ਠੀਕ ਆ। ਨੈਕਸਟ ਜਿਹੜਾ ਆ ਜਾਂਦਾ ਆ, ਹੁਣ ਇਹ ਅਕਸਰ ਪੁੱਛ ਲਿਆ ਜਾਂਦਾ ਕਿ ਜਿਹੜਾ ਕਹਿ ਲਓ ਵੀ ਸਭ ਤੋਂ ਵੱਡਾ ਐਪਿਕ ਕਿਹੜਾ ਆ, ਹੈ ਨਾ। ਤਾਂ ਸਭ ਤੋਂ ਵੱਡਾ ਐਪਿਕ ਕਿਹੜਾ ਆ ਜਾਊਗਾ, ਓਬਵੀਅਸਲੀ ਮਹਾਭਾਰਤ ਦਾ ਨਾਮ ਪਹਿਲੇ ਨੰਬਰ ਦੇ ਉੱਤੇ ਆਉਂਦਾ ਆ। ਹੁਣ ਇਹਦਾ ਓਲਡ ਨੇਮ ਕੀ ਸੀਗਾ, ਇਹਦਾ ਓਲਡ ਨੇਮ ਸੀਗਾ ਜੈ ਸਮਿਤਾ, ਇਹਦਾ ਪੁਰਾਣਾ ਨਾਮ ਸੀਗਾ ਜੈ ਸਮਿਤਾ ਕਿਹਾ ਜਾਂਦਾ ਸੀ। ਆ ਬੁੱਕ ਆਫ ਵਿਕਟਰੀ, ਠੀਕ ਆ, ਜਿਹਦਾ ਮਤਲਬ ਆ ਬੁੱਕ ਆਫ ਵਿਕਟਰੀ, ਜਿਹੜਾ ਵੇਦ ਵਿਆਸ ਨੇ ਦਿੱਤਾ ਸੀਗਾ, ਠੀਕ ਆ। ਅਤੇ ਮਹਾਰਿਸ਼ੀ ਵੇਦ ਵਿਆਸ ਦੇ ਵੱਲੋਂ ਕੰਪਾਇਲ ਕੀਤਾ ਗਿਆ ਸੀ। ਕਿੰਨੇ ਸ਼ਲੋਕ ਨੇ, 1 ਲੱਖ ਸ਼ਲੋਕ ਨੇ। ਅਤੇ ਸ਼੍ਰੀਮਦ ਭਗਵਤ ਗੀਤਾ ਵੀ ਕੀ ਆ, ਇਹਦਾ ਹੀ ਪਾਰਟ ਆ। ਸ਼੍ਰੀਮਦ ਭਗਵਤ ਗੀਤਾ ਵੀ ਕੀ ਆ, ਇਹਦਾ ਹੀ ਪਾਰਟ ਆ। ਅਤੇ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ, ਭੁੱਲਣਾ ਨਹੀਂ ਕਦੇ ਵੀ। ਮਹਾਭਾਰਤ ਦਾ ਪੁਰਾਣਾ ਨਾਮ ਜੈ ਸਮਿਤਾ ਆ, ਬੁੱਕ ਆਫ ਵਿਕਟਰੀ ਜਿਹਦਾ ਮਤਲਬ ਕੰਪਾਇਲ ਕੀਤੀ ਗਈ ਵੇਦ ਵਿਆਸ ਦੇ ਵੱਲੋਂ। ਸ਼ਲੋਕ ਕਿੰਨੇ ਨੇ, 1 ਲੱਖ ਦੇ ਨੇੜੇ, 1 ਲੱਖ ਹੀ ਨੇ। ਅਤੇ ਸ਼੍ਰੀਮਦ ਭਗਵਤ ਗੀਤਾ ਵੀ ਕੀ ਆ, ਇਹਦਾ ਹੀ ਹਿੱਸਾ ਆ। ਅਤੇ ਗੀਤਾ ਦਾ ਉਪਦੇਸ਼ ਕਿਹਨੇ ਦਿੱਤਾ ਸੀਗਾ, ਕ੍ਰਿਸ਼ਨ ਨੂੰ। ਕਿਹਨੂੰ ਦਿੱਤਾ ਸੀਗਾ, ਅਰਜੁਨ ਨੂੰ। ਕਿੱਥੇ ਦਿੱਤਾ ਸੀਗਾ, ਜਿਹੜਾ ਕਹਿ ਲਓ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਦਿੱਤਾ ਸੀ, ਜਦੋਂ ਕੌਰਵਾਂ ਅਤੇ ਪਾਂਡਵਾਂ ਦੀ ਕੀ ਆ ਲੜਾਈ ਚੱਲ ਰਹੀ ਸੀ, ਠੀਕ ਆ ਜੀ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਆਸ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਤਾਂ ਪਲੀਜ਼ ਲਾਈਕ ਦਾ ਬਟਨ ਦੱਬ ਦਿਓ ਅਤੇ ਆਪਣੇ ਦੋਸਤਾਂ ਦੇ ਵਿੱਚ ਜ਼ਰੂਰ ਇਹਨੂੰ ਸ਼ੇਅਰ ਕਰ ਦਿਓ, ਤਾਂ ਕਿ ਵੱਧ ਤੋਂ ਵੱਧ ਲੋਕ ਸਾਡੀ ਇਸ ਵੀਡੀਓ ਦਾ ਫਾਇਦਾ ਚੁੱਕ ਸਕਣ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਉਨੀ ਦੇਰ ਤੱਕ ਥੈਂਕ ਯੂ, ਬਾਏ ਬਾਏ, ਟੇਕ ਕੇਅਰ।